ट्रेडिशन बहुत वड्डी है साडे कोल, हाँ जी, हाँ। बहुत वड्डी विरासत है, पर ਜਦੋਂ ਇਸ ਤੇ ਕੁਐਸਚਨ ਮਾਰਕ ਖੜਾ ਹੁੰਦਾ ਹੈ ਤੇ ਉਸ ਕੁਐਸਚਨ ਮਾਰਕ ਦੇ ਵਿਚਾਲੇ ਜਦੋਂ ਮਿਸਟਰ ਬਲਟੋਆ ਬਾਰੇ ਜੋ ਫੈਸਲਾ ਸੁਣਾਇਆ ਗਿਆ, ਕੀ ਮੈਨੂੰ ਤੁਸੀਂ ਨਹੀਂ ਮੰਨਦੇ ਹੋ ਕਿ ਉਹ ਫੈਸਲਾ ਜਿਹੜਾ ਉਹ ਇਹੋ ਜਿਹਾ ਹੀ ਹੋਣਾ ਚਾਹੀਦਾ ਸੀ ਜਾਂ ਇਸ ਤੋਂ ਸਖਤ ਹੋਣਾ ਚਾਹੀਦਾ? बड़ी सेक्रेड इंस्टीट्यूशन है और इस दी हमेशा रिस्पैक्ट होनी चाहिए है, स्पैशली इन द सिख कम्यूनिटी, क्योंकि सिखा दी इंस्टीट्यूशन है। ਲੱਗਦਾ ਕਿ ਮਿਸਟਰ ਬਲਟੋਆ ਨੇ ਇਹ ਗਲਤੀ ਕੀਤੀ? ही इज़ नो बडी टू क्वेश्चन। ਜਿਹੜਾ ਵਲਟੋਹਾ ਸਾਹਿਬ ਆ ਉਹਨਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਤੁਹਾਨੂੰ ਲੱਗਦਾ ਕਿ ਇਸ ਵਕਤ ਸਾਡੇ ਅੱਗੇ ਪੰਥਕ ਕ੍ਰਾਈਸਿਸ ਹੈ? ਕ੍ਰਾਈਸਿਸ ਆਫ ਸੌਰਟਸ, ਨਾਟ ਦ ਕ੍ਰਾਈਸਿਸ ਪੰਥ ਤੇ ਆ ਨਹੀਂ ਸਕਦਾ। ਜਿਹੜਾ ਸਿੱਖ ਨੂੰ ਮੈਸੇਜ ਕੀ ਦਿੱਤਾ ਗੁਰੂ ਨੇ, ਚੜ੍ਹਦੀ ਕਲਾ। ਪ੍ਰੋਫੈਸਰ ਢਿੱਲੋਂ, ਤੁਸੀਂ ਕਹਿ ਰਹੇ ਹੋ ਕਿ ਚੜ੍ਹਦੀ ਕਲਾ ਸਾਡੇ ਕੋਲੇ ਬਹੁਤ ਵੱਡਾ ਕਨਸੈਪਟ ਹੈ, ਸਿਧਾਂਤ ਆ ਸਾਡਾ। ਪਰ ਇਸ ਸਿਧਾਂਤ ਦੇ ਵਿਚਾਲੇ ਸਰ ਜੇ ਕੌਮ ਦਾ ਜਥੇਦਾਰ ਭਾਵੁਕ ਹੋ ਕੇ ਆਪਣਾ ਅਹੁਦਾ ਛੱਡਣਾ ਚਾਹੁੰਦਾ, ਅਸਤੀਫਾ ਦੇਣਾ ਚਾਹ ਰਿਹਾ ਸੀ, ਕਿ ਚੜ੍ਹਦੀ ਕਲਾ ਵਾਲਾ ਜਿਹੜਾ ਸਿਧਾਂਤ ਹੈ ਉਦੋਂ ਕਿੱਥੇ ਸੀ? ਕੌਮ ਨੂੰ ਡਰਾਇਆ ਜਾ ਰਿਹਾ। ਜਿਹੜੀ ਸਿੱਖ ਕੌਮ ਆ ਉਹ ਤਾਂ ਡਰ ਚ ਪੈਦਾ ਹੀ ਨਹੀਂ ਹੋਈ, ਉਹ ਤਾਂ ਸਿੱਖ ਹੀ ਨਹੀਂ ਜਿਹੜਾ ਡਰ ਗਿਆ। ਇਹ ਹੁਣ ਤਾਂ ਇਲਜ਼ਾਮ ਧਮਕੀਆਂ ਦੇ ਲੱਗਦੇ ਪਏ ਸਰ, ਵੀ ਧਮਕੀ ਮਿਲ ਰਹੀ ਹੈ। ਉਹ ਫਿਰ ਜਿਹੜਾ ਧਮਕੀ ਦੇਣ ਵਾਲਾ ਉਹ ਵੀ ਗੁਰੂ ਤੋਂ ਦੂਰ ਆ, ਜਿਹੜਾ ਧਮਕੀ ਐਕਸੈਪਟ ਕਰ ਰਿਹਾ ਉਹ ਵੀ ਗੁਰੂ ਤੋਂ ਦੂਰ ਆ। ਤੁਸੀਂ ਇਹ ਕਹਿੰਦੇ ਸੀ ਵੀ ਸਾਡੇ ਜੇ ਕ੍ਰਾਈਸਿਸ ਹੈਗਾ ਤਾਂ ਸਿੱਖ ਲੀਡਰਸ਼ਿਪ ਦਾ ਕ੍ਰਾਈਸਿਸ ਹੈ, ਤੁਸੀਂ ਅੱਜ ਵੀ ਇਸ ਗੱਲ ਨਾਲ ਖੜੇ ਹੋ? ਪੋਲੀਟੀਕਲ ਲੀਡਰਸ਼ਿਪ ਦਾ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਵਕਤ ਦੋ ਧੜੇ ਹੈ, ਕੀ ਤੁਹਾਨੂੰ ਉਹਦੇ ਵਿੱਚ ਪੋਲੀਟੀਕਲ ਕ੍ਰਾਈਸਿਸ ਲੱਗਦਾ ਹੈ? ਕਿਹੜੀ ਪੋਲੀਟੀਕਲ ਪਾਰਟੀ ਆ ਜਿਹਦੇ 2 ਜਾਂ 3 ਜਾਂ 4 ਧੜੇ ਨੇ? ਮੈਨੂੰ ਇਹ ਦੱਸੋ। ਮਿਸਟਰ ਬਲਟੋਆ ਦੇ ਜੋ ਐਲੀਗੇਸ਼ਨ ਆਰਐਸਐਸ ਬੀਜੇਪੀ ਵਾਲੇ, ਹਾਂ। ਉਹ ਤੁਹਾਨੂੰ ਫਾਲਸ ਮੈਂ ਐਲੀਗੇਸ਼ਨ? ਕੁਝ ਵੀ ਨਹੀਂ ਹੈ। ਆਰਐਸਐਸ ਕੀ ਹੈ? ਕੁਝ ਵੀ ਨਹੀਂ ਹੈ। ਜਸ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਸਿੰਘ ਸਾਹਿਬਾਨਾਂ ਦੇ ਉੱਤੇ ਸਵਾਲ ਉੱਠੇ ਆ ਤੇ ਉਹਨਾਂ ਸਵਾਲਾਂ ਦੇ ਵਿਚਾਲੇ ਕਈ ਸ਼ੰਕੇ ਆ ਜਿਹੜੇ ਉਹ ਦੂਰ ਹੋ ਗਏ ਆ ਜਾਂ ਉਹ ਸ਼ੰਕੇ ਹੋਰ ਗੰਭੀਰ ਹੋ ਗਏ ਆ। ਇਸ ਬਾਬਤ ਲਗਾਤਾਰ ਸਵਾਲ ਪੁੱਛੇ ਜਾ ਰਹੇ ਆ, ਚਰਚਾਵਾਂ ਛਿੜੀਆਂ ਹੋਈਆਂ ਨੇ ਤੇ ਇਸੇ ਸੰਬੰਧੀ ਅੱਜ ਅਸੀਂ ਗੱਲਬਾਤ ਕਰਨੀ ਆ ਸਿੱਖ ਇਤਿਹਾਸਕਾਰ ਜਿਨ੍ਹਾਂ ਨੇ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਵੀ ਲਿਖੀਆਂ ਤੇ ਬਹੁਤ ਇਹੋ ਜਿਹੀਆਂ ਚੀਜ਼ਾਂ ਡਰਾਫਟ ਕੀਤੀਆਂ ਜਿਸ ਨਾਲ ਪੰਥਕ ਸਿਆਸਤ ਨੂੰ, ਪੰਥਕ ਪੋਲਿਟਿਕਸ ਨੂੰ ਸੇਧ ਮਿਲੀ ਹੈ। ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਸਿੱਖ ਇਤਿਹਾਸਕਾਰ, ਬਹੁਤ ਸਵਾਗਤ ਹੈ ਸਰ ਤੁਹਾਡਾ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ। ਜਿੰਨੀ ਤਾਰੀਫ ਕੀਤੀ ਹੈ ਉਹਨਾਂ ਮੈਂ ਡਿਜ਼ਰਵ ਨਹੀਂ ਕਰਦਾ ਵੈਸੇ। ਨਹੀਂ ਸਰ, ਤੁਸੀਂ ਤਾਰੀਫ ਥੋੜੀ ਜ਼ਰਾ ਨਵਾਜੀ। ਪ੍ਰੋਫੈਸਰ ਢਿੱਲੋਂ, ਹਾਂਜੀ ਸਰ, ਤੁਸੀਂ ਹਮੇਸ਼ਾ ਇਹ ਗੱਲ ਕਰਦੇ ਰਹੇ ਹੋ, ਹਾਲਾਂਕਿ ਪੰਥਕ ਸਫਾਂ ਵਿੱਚ ਵੀ ਇਹ ਸਵਾਲ ਉੱਠਦੇ ਰਹੇ ਹੈ ਕਿ ਜਥੇਦਾਰ ਸਾਹਿਬਾਨਾਂ ਬਾਰੇ, ਸਿੰਘ ਸਾਹਿਬਾਨਾਂ ਬਾਰੇ ਕੋਈ ਕਾਇਦੇ ਕਾਨੂੰਨ ਨਿਯਮ ਬਣਨੇ ਚਾਹੀਦੇ ਆ ਤੇ ਇਹ ਅਪੀਲ ਖੁਦ ਸਿੰਘ ਸਾਹਿਬਾਨਾਂ ਵੱਲੋਂ ਵੀ ਵਾਰ-ਵਾਰ ਕੀਤੀ ਗਈ ਹੈ। ਕੀ ਅੱਜ ਉਹਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਕਿ ਇਹ ਨਿਯਮ ਹੁੰਦੇ ਤਾਂ ਸ਼ਾਇਦ ਅੱਜ ਇਹ ਸਵਾਲ ਸਾਨੂੰ ਨਾ ਪੁੱਛਣੇ ਪੈਂਦੇ? ਦੇਖੋ, ਜਿਹੜੇ ਨਿਯਮ ਹੈ ਨਾ ਉਹਨਾਂ ਬਾਰੇ, ਹਾਂ, ਉਹ ਤਾਂ ਇਹੀ ਹੈ ਨਾ ਵੀ ਜਿਹੜੀ ਪੰਥਕ ਵਿਚਾਰਧਾਰਾ ਜੋ ਹੈ ਉਸ ਨੂੰ ਕਿਸ ਤਰੀਕੇ ਨਾਲ ਤੁਸੀਂ ਪ੍ਰੀਜ਼ਰਵ ਕਰਕੇ ਇੰਪਲੀਮੈਂਟ ਕਰਨਾ। ਪਹਿਲਾਂ ਉਹਦੀ ਪ੍ਰੀਜ਼ਰਵੇਸ਼ਨ ਹੈ, ਫਿਰ ਉਹਦੀ ਇੰਪਲੀਮੈਂਟੇਸ਼ਨ ਹੈ। ਉਹਦੇ 'ਚ ਜਿੱਥੇ ਵੀ ਕੋਈ ਕੁਰੀਤੀਆਂ ਆਉਂਦੀਆਂ ਉਸ ਨੂੰ ਰੈਕਟੀਫਾਈ ਕਰਨਾ, ਜਿੱਥੇ ਵੀ ਕੋਈ ਸਵਾਲ ਪੈਦਾ ਹੁੰਦੇ ਆ ਉਹਨਾਂ ਦੇ ਜਵਾਬ ਦੇਣੇ। ਇਹੀ ਹੈ ਮਤਲਬ ਜੋ ਹੈਰੀਟੇਜ ਹੈ ਸਾਡੀ ਸ਼੍ਰੀ ਅਕਾਲ ਤਖਤ ਸਾਹਿਬ ਦੀ। ਸ਼੍ਰੀ ਅਕਾਲ ਤਖਤ ਸਾਹਿਬ ਇੱਕ ਐਸੀ ਇੰਸਟੀਟਿਊਸ਼ਨ ਹੈ ਜਿਹਦਾ ਕੋਈ ਸਾਨੀ ਨਹੀਂ। ਦੁਨੀਆ ਦੇ ਵਿੱਚ ਬਹੁਤ ਸਾਰੀਆਂ ਇਸ ਕਿਸਮ ਦੀਆਂ ਸਿਆਸੀ ਤਾਕਤਾਂ ਔਰ ਸਮਾਜਿਕ ਤਾਕਤਾਂ, ਇਸੇ ਤਰੀਕੇ ਨਾਲ ਰਿਲੀਜੀਅਸ ਤਾਕਤਾਂ, ਪਰ ਨੋ ਪੈਰਲਲ ਵਿਦ ਸ਼੍ਰੀ ਅਕਾਲ ਤਖਤ ਸਾਹਿਬ ਔਰ ਦੂਸਰੇ ਤਖਤ ਸਾਹਿਬਾਨ। ਇਹ ਗੁਰੂਆਂ ਦੀ ਹੈਰੀਟੇਜ ਹੈ, ਜਿਹੜੀ ਗੁਰੂਆਂ ਦਾ ਜਿਹੜਾ ਮੈਸੇਜ ਹੈ ਉਸ ਨੂੰ ਕਨਵੇ ਕਰਨਾ, ਮਤਲਬ ਉਸ ਨੂੰ ਪ੍ਰੈਕਟੀਕਲ ਲੈਵਲ 'ਤੇ ਲੈ ਕੇ ਆਉਣਾ। ਜਿੱਥੇ ਕੋਈ ਕਰੂਤੀਆਂ ਗਲਤੀਆਂ ਹੁੰਦੀਆਂ ਉਹਨਾਂ ਨੂੰ ਰੈਕਟੀਫਾਈ ਕਰਨਾ, ਠੀਕ ਕਰਨਾ। ਇਹ ਹੈ ਬੜੀ ਵੱਡੀ ਟ੍ਰੈਡੀਸ਼ਨ ਹੈ। ਟ੍ਰੈਡੀਸ਼ਨ ਬਹੁਤ ਵੱਡੀ ਹੈ ਸਾਡੇ ਕੋਲ, ਹਾਂਜੀ, ਬਹੁਤ ਵੱਡੀ ਵਿਰਾਸਤ ਹੈ, ਪਰ ਜਦੋਂ ਇਸ ਤੇ ਕੁਐਸਚਨ ਮਾਰਕ ਖੜਾ ਹੁੰਦਾ ਤੇ ਉਸ ਕੁਐਸਚਨ ਮਾਰਕ ਦੇ ਵਿਚਾਲੇ ਜਦੋਂ ਮਿਸਟਰ ਬਲਟੋਆ ਇਹ ਸਵਾਲ ਖੜਾ ਕਰਦੇ ਆ ਤਾਂ ਮਿਸਟਰ ਬਲਟੋਆ ਨੂੰ ਜਿਹੜੀ ਮੈਂ ਉਹਨੂੰ ਸਜ਼ਾ ਕਵਾਂ ਕੀ ਕਵਾਂ, ਮਿਸਟਰ ਬਲਟੋਆ ਬਾਰੇ ਜੋ ਫੈਸਲਾ ਸੁਣਾਇਆ ਗਿਆ, ਕੀ ਤੁਸੀਂ ਮੰਨਦੇ ਹੋ ਕਿ ਉਹ ਫੈਸਲਾ ਜਿਹੜਾ ਉਹ ਇਹੋ ਜਿਹਾ ਹੀ ਹੋਣਾ ਚਾਹੀਦਾ ਸੀ ਜਾਂ ਇਸ ਤੋਂ ਸਖਤ ਹੋਣਾ ਚਾਹੀਦਾ ਸੀ? ਦੇਖੋ, ਜਿੱਥੋਂ ਤੱਕ ਤਖਤ ਸਾਹਿਬਾਨ ਦੀ, ਤਖਤ ਇੰਸਟੀਟਿਊਸ਼ਨ ਦੀ ਕੁਐਸਚਨ ਹੈ, ਦੈਟ ਇਜ਼ ਏ ਕ੍ਰੀਏਸ਼ਨ ਆਫ ਦੀ ਗੁਰੂਸ। ਗੁਰੂਆਂ ਨੇ ਕ੍ਰੀਏਟ ਕੀਤੀ ਆ, ਉਹ ਗੁਰੂਆਂ ਨੇ ਕ੍ਰੀਏਟ ਕੀਤੀ ਹੈ ਵਿਦ ਸਮ ਪਰਪਸ, ਵਿਦ ਸਮ ਮੋਟਿਵ, ਕਿ ਇੱਕ ਟ੍ਰੈਡੀਸ਼ਨ ਜਿਹੜੀ
ਐਸਟੈਬਲਿਸ਼ ਕੀਤੀ ਹੈ ਗੁਰੂਆਂ ਨੇ ਉਹ ਕੰਟੀਨਿਊ ਕਰੇ, ਉਸ ਦੇ ਵਿੱਚ ਕੋਈ ਕਿਸੇ ਕਿਸਮ ਦਾ ਬ੍ਰੇਕ ਨਾ ਆਵੇ, ਕੋਈ ਕਿਸਮ ਦਾ ਪੱਖਪਾਤ ਨਾ ਹੋਵੇ, ਕਿਸੇ ਕਿਸਮ ਦੀ ਕੁਰਹਿਤ ਨਾ ਆਵੇ। ਤੋ ਇਸ ਕਰਕੇ ਇਹ ਬੜੀ ਸੇਕਰਡ ਇੰਸਟੀਟਿਊਸ਼ਨ ਆ ਔਰ ਇਸ ਦੀ ਹਮੇਸ਼ਾ ਰਿਸਪੈਕਟ ਹੋਣੀ ਚਾਹੀਦੀ ਹੈ, ਐਸਪੈਸ਼ਲੀ ਇਨ ਦਾ ਸਿੱਖ ਕਮਿਊਨਿਟੀ, ਕਿਉਂਕਿ ਸਿੱਖਾਂ ਦੀ ਇੰਸਟੀਟਿਊਸ਼ਨ ਆ, ਸਿੱਖਾਂ ਦੀ ਇੰਸਟੀਟਿਊਸ਼ਨ ਆ, ਸਿੱਖਾਂ ਨੂੰ ਇਸ ਦਾ ਮਾਣ ਸਤਿਕਾਰ ਰੱਖਣਾ ਚਾਹੀਦਾ ਹਮੇਸ਼ਾ। ਤੁਹਾਨੂੰ ਲੱਗਦਾ ਕਿ ਮਿਸਟਰ ਵਲਟੋਆ ਨੇ ਇਹ ਗਲਤੀ ਕੀਤੀ? ਦੇਖੋ ਗਲਤੀ ਕੀ, ਉਹਨਾਂ ਨੇ ਜਿਸ ਕਿਸਮ ਦੇ ਕੁਐਸਚਨ ਰੇਜ਼ ਕੀਤੇ ਟੂ ਦੀ ਪਰਸਨ ਆਫ ਜਥੇਦਾਰ ਸਾਹਿਬਾਨ, ਜਿਹੜੇ ਤਲਵੰਡੀ ਸਾਹਿਬ ਦੇ ਜਥੇਦਾਰ ਸਾਹਿਬ ਆ ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਸੌਰੀ ਹਰਪ੍ਰੀਤ ਸਿੰਘ, ਤੇ ਉਹ ਕੁਐਸਚਨ ਨਹੀਂ ਸੀ ਕਰਨੇ ਚਾਹੀਦੇ। ਹੀ ਇਜ਼ ਨੋਬਡੀ ਟੂ ਕੁਐਸਚਨ, ਮਤਲਬ ਸੁਪਰੀਮ ਅਥਾਰਟੀ ਆ ਉਹ, ਸਿੱਖਾਂ ਦੀ ਸਭ ਤੋਂ ਰਿਸਪੈਕਟਡ ਇੰਸਟੀਟਿਊਸ਼ਨ ਹੈਗੀ ਹੈ। ਗੁਰੂਆਂ ਤੋਂ ਬਾਅਦ ਜੇ ਕੋਈ ਇੰਸਟੀਟਿਊਸ਼ਨ ਹੈ ਜਿਹਦੀ ਰਿਸਪੈਕਟ ਇੰਟੈਕਟ ਰਹਿਣੀ ਚਾਹੀਦੀ ਆ, ਉਹ ਜਥੇਦਾਰ ਹੈਗੇ ਆ ਤਖਤਾਂ ਦੇ, ਵੱਖ-ਵੱਖ ਤਖਤਾਂ ਦੇ। ਤੋ ਇਸ ਕਰਕੇ ਉਹ ਜਿਹੜਾ ਵਲਟੋਹਾ ਸਾਹਿਬ ਆ, ਉਹਨਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ। ਜੇ ਕੋਈ ਵੀ ਕੋਤਾਹੀ ਹੋਈ ਆ, ਕੋਈ ਗਲਤੀ ਹੋਈ ਆ, ਕੋਈ ਮਿਸਟੇਕ ਹੋਈ ਆ, ਤਾਂ ਉਸ ਦਾ ਉਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਹੈ। ਇਸ ਕਰਕੇ ਤਾਂ ਕਿ ਕੋਈ ਕਿਸੇ ਕਿਸਮ ਉਹਦੀ ਸੈਂਕਟਿਟੀ ਜਿਹੜੀ ਆ ਤਖਤਾਂ ਦੀ ਉਹ ਖਰਾਬ ਨਾ ਹੋਵੇ, ਉਸ 'ਤੇ ਕੋਈ ਕਿੰਤੂ ਪਰੰਤੂ ਨਾ ਹੋਵੇ। ਇਹ ਉਹਨਾਂ ਦਾ ਫਰਜ਼ ਬਣਦਾ ਹੈਗਾ ਐਜ਼ ਏ ਸਿੱਖ, ਇਹ ਉਹਨਾਂ ਦੀ ਮੋਰਲ ਓਬਲੀਗੇਸ਼ਨ ਆ ਕਿ ਉਸ ਦੀ ਸੈਂਕਟਿਟੀ ਨੂੰ ਬਰਕਰਾਰ ਰੱਖਿਆ ਜਾਵੇ। ਤੁਹਾਨੂੰ ਲੱਗਦਾ ਕਿ ਇਸ ਵਕਤ ਸਾਡੇ ਅੱਗੇ ਪੰਥਕ ਕ੍ਰਾਈਸਿਸ ਹੈ? ਕ੍ਰਾਈਸਿਸ ਆਫ ਸੌਰਟਸ, ਨਾਟ ਦਾ ਕ੍ਰਾਈਸਿਸ ਪੰਥ ਤੇ ਆ ਨਹੀਂ ਸਕਦਾ, ਕਿਉਂਕਿ ਪੰਥ ਜਿਹੜਾ ਕ੍ਰੀਏਸ਼ਨ ਆਫ ਦਾ ਆਲਮਾਈਟੀ ਹੈ, ਗੁਰੂਆਂ ਦੀ ਕ੍ਰੀਏਟ ਕੀਤੀ ਵੀ ਹੈ, ਗੁਰੂਆਂ ਦਾ ਕ੍ਰੀਏਟ ਕੀਤਾ, ਉਹਦੇ ਸੰਕਟ ਆ ਹੀ ਨਹੀਂ ਸਕਦਾ। ਜੇ ਸੰਕਟ ਆਏਗਾ ਉਹ ਨਿਪਟਾਇਆ ਜਾਏਗਾ, ਸਮਝੇ ਨਾ। ਜਿਹੜਾ ਗੋਡ ਕ੍ਰੀਏਟਡ ਇੰਸਟੀਟਿਊਸ਼ਨਸ ਹੈਗੇ ਉਹਨਾਂ 'ਤੇ ਕਾਹਦਾ ਸੰਕਟ ਆਉਣਾ, ਸੰਕਟ ਆ ਹੀ ਨਹੀਂ ਸਕਦਾ। ਤੋ ਇਸ ਕਰਕੇ ਇਹ ਜਿਹੜੇ ਇੰਸਟੀਟਿਊਸ਼ਨਸ ਆ ਇਹ ਬਰਕਰਾਰ ਰਹਿਣਗੇ, ਕੋਈ ਇਹਨਾਂ 'ਤੇ ਪਿਟਫਾਲ ਨਹੀਂ ਹੋ ਸਕਦਾ। ਤੇ ਫਿਰ ਸੰਕਟ ਕਾਹਦਾ ਇਸ ਵਕਤ ਸਾਡੇ? ਕੋਈ ਸੰਕਟ ਨਹੀਂ ਹੈ, ਐਬਸੋਲੂਟ ਨੋ ਸੰਕਟ। ਮੈਂ ਇਸ ਨੂੰ ਇਸ ਕਿਸਮ ਦਾ ਇਸ ਕਨਸੈਪਟ 'ਚ ਨਹੀਂ ਦੇਖਦਾ ਕਿ ਕੋਈ ਕ੍ਰਾਈਸਿਸ ਹੈ। ਕ੍ਰਾਈਸਿਸ ਤਾਂ ਜਿਹੜੀਆਂ ਜ਼ਿੰਦਾ ਕੌਮਾਂ ਹੁੰਦੀਆਂ ਉਹਨਾਂ 'ਤੇ ਕ੍ਰਾਈਸਿਸ ਤਾਂ ਹਮੇਸ਼ਾ ਰਹਿੰਦੇ ਆ। ਅੱਜ ਦਾ ਥੋੜ੍ਹਾ ਸਿੱਖਾਂ 'ਤੇ ਕ੍ਰਾਈਸਿਸ ਹੈ, ਜਦੋਂ ਦਾ ਸਿੱਖੀਜ਼ਮ ਪੈਦਾ ਹੋਇਆ ਉਹ ਕ੍ਰਾਈਸਿਸ 'ਚ ਹੀ ਪੈਦਾ ਹੋਇਆ, ਕੌਨਫਲਿਕਟ 'ਚ ਹੀ ਪੈਦਾ ਹੋਇਆ, ਕਲੈਸ਼ 'ਚ ਹੀ ਪੈਦਾ ਹੋਇਆ। ਦੇਖੋ ਨਾ, ਗੁਰੂ ਨਾਨਕ ਮਹਾਰਾਜ ਨੇ ਚੈਲੰਜ ਕਿਹਨੂੰ ਕੀਤਾ? ਬਾਬਰ ਨੂੰ ਚੈਲੰਜ ਕੀਤਾ, ਜਾਬਰ ਕਿਹਾ। ਉਹਦੇ ਕੋਲ ਕੋਈ ਫੌਜ ਥੋੜ੍ਹਾ ਸੀ ਗੁਰੂ ਨਾਨਕ ਕੋਲ, ਉਸ ਦੀ ਇੱਕ ਮੋਟੀਵੇਸ਼ਨ ਸੀ, ਉਸ ਦਾ ਇੱਕ ਆਬਜੈਕਟਿਵ ਸੀ, ਉਸ ਆਬਜੈਕਟਿਵ ਬਲਕਿ ਉਹਨੇ ਜਿਹੜਾ ਰੱਬ ਆ ਉਸ ਨੂੰ ਵੀ ਕਿਹਾ ਵੀ ਤੈਨੂੰ ਤਰਸ ਨਹੀਂ ਆ ਰਿਹਾ, ਕਿੰਨੇ ਬੇਗੁਨਾਹਾਂ ਦਾ ਕਤਲੋਗਾਰਤ ਹੋ ਰਿਹਾ, ਕਿਤਨਾ ਉਹਨਾਂ ਨੂੰ ਟਾਰਚਰ ਕੀਤਾ ਜਾ ਰਿਹਾ, ਕਿਤਨਾ ਉੱਤੇ ਜ਼ੁਲਮੋ ਸਿਤਮ ਹੋ ਰਿਹਾ। ਤਾਂ ਇਸ ਕਰਕੇ ਸਿੱਖ ਜਿਹੜੀ ਕੌਮ ਹੈ ਉਹ ਕ੍ਰਾਈਸਿਸ 'ਚ ਹੀ ਪੈਦਾ ਹੋਈ ਹੈ ਔਰ ਕ੍ਰਾਈਸਿਸ 'ਚ ਹੀ ਰਹੀ ਹੈ, ਕ੍ਰਾਈਸਿਸ 'ਚ ਹੀ ਪ੍ਰਫੁੱਲਤ ਹੋਈ ਆ। ਮੈਨੂੰ ਹੁਣ ਕਈ ਲੋਕ ਕਹਿ ਦਿੰਦੇ ਆ ਵੀ ਅੱਜ ਜੀ ਬੜਾ ਵੱਡਾ ਕ੍ਰਾਈਸਿਸ ਆ। ਮੈਂ ਕਿਹੜਾ ਕ੍ਰਾਈਸਿਸ ਹੈ? ਕੋਈ ਕ੍ਰਾਈਸਿਸ ਨਹੀਂ। ਇਸ ਤੋਂ ਬੜੇ ਬੜੇ ਕ੍ਰਾਈਸਿਸ 18ਵੀਂ ਸਦੀ 'ਚ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਰੱਖਿਆ ਗਿਆ, ਸਿਰਾਂ ਦੇ ਕੇਸਾਂ ਦੇ ਉੱਤੇ ਮੁੱਲ ਰੱਖਿਆ ਗਿਆ, ਸਿੱਖ ਆਇਡੈਂਟੀਟੀ 'ਤੇ ਮੁੱਲ ਰੱਖਿਆ ਗਿਆ। ਫਰਮਾਨ ਜਾਰੀ ਕੀਤਾ ਮੁਗਲ ਐਂਪਰਰ ਨੇ, ਸਮਝੇ ਜੀ। ਉਹਦਾ ਇਨਾਮ ਦਿੱਤੇ ਗਏ, ਜਿਹੜਾ ਵੀ ਕੇਸ ਲੈ ਕੇ ਆਏਗਾ ਇੰਨਾ ਇਨਾਮ, ਜਿਹੜਾ ਸਿੱਖਾਂ ਦਾ ਸਿਰ ਲੈ ਕੇ ਆਏਗਾ ਇੰਨਾ ਇਨਾਮ। ਈਵਨ ਦੈਨ ਦੀ ਸਿੱਖ ਸਰਵਾਈਵਡ ਐਂਡ ਸਰਵਾਈਵਡ ਵਿਦ ਕਰੇਜ ਐਂਡ ਕਨਵਿਕਸ਼ਨ। ਔਰ ਉਸ ਤੋਂ ਬਾਅਦ ਪ੍ਰਫੁੱਲਤ ਹੋਏ ਸਿੱਖ, ਸਮਝੇ। ਔਰ ਕਿੰਨੇ ਕਿਹੜੀਆਂ ਫੌਜਾਂ ਸੀ ਸਿੱਖਾਂ ਨੂੰ, ਕਿਹੜੇ ਹਥਿਆਰ ਸੀ, ਬਾਵਜੂਦ ਇਸ ਗੱਲ ਦੇ ਫॉर देयर ओन ਕਾਜ਼ਸ ਦੇ ਫੌਟ। ਔਰ ਲੱਗਦਾ ਕਿ ਜਦੋਂ ਵੀ ਇਹੋ ਜਿਹਾ ਕੋਈ ਰੋਲਾ ਪੈਂਦਾ ਉਹਦੇ ਵਿੱਚੋਂ ਤੁਹਾਨੂੰ ਸਰਵਾਈਵਲ ਨਜ਼ਰ? ਹਾਂ, ਮੈਨੂੰ ਲਾਈਟ ਨਜ਼ਰ ਆਉਂਦੀ ਉਹਦੇ ਵਿੱਚ, ਮੈਨੂੰ ਉਸ ਦੇ 'ਚੋਂ ਨਿਗਾਰ ਨਹੀਂ ਨਜ਼ਰ ਆਉਂਦਾ। ਮੈਨੂੰ ਉਸ ਦੇ 'ਚੋਂ ਹੁਣ ਬਹੁਤ ਸਾਰੇ ਸਿੱਖ ਆਲ ਓਵਰ ਦੀ ਵਰਲਡ ਵਰਿਡ ਜੀ, ਇਹ ਹੋ ਗਿਆ ਉਹ, ਮੈਂ ਕੁਛ ਨਹੀਂ ਹੋਇਆ। ਸਿੱਖਾਂ 'ਤੇ ਇਸ ਤੋਂ ਵੱਡੇ ਵੱਡੇ ਕ੍ਰਾਈਸਿਸ ਆਏ ਆ, ਸਿੱਖਾਂ ਨੇ ਕ੍ਰਾਈਸਿਸ ਫੇਸ ਕੀਤੇ ਆ। ਸਿੱਖ ਕੌਮ ਹੀ ਕ੍ਰਾਈਸਿਸ 'ਚ ਪੈਦਾ ਹੋਈ ਹੈ, ਕਦੋਂ ਨਹੀਂ ਪੈਦਾ ਹੋਈ। ਤੁਸੀਂ ਦੇਖੋ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ, ਇਸੇ ਤਰੀਕੇ ਨਾਲ ਦੂਸਰੇ ਗੁਰੂ ਸਾਹਿਬਾਨਾਂ ਦੀਆਂ ਸ਼ਹਾਦਤਾਂ ਹੈਗੀਆਂ। ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦੀ ਸ਼ਹਾਦਤ, ਬੱਚਿਆਂ ਦੀ ਸ਼ਹਾਦਤ ਦੇ ਰਹੇ, ਘਬਰਾਹਟ ਥੋੜ੍ਹਾ ਕਿਸੇ ਕਿਸਮ ਦੀ, ਕੋਈ ਕ੍ਰਾਈਸਿਸ ਥੋੜ੍ਹਾ ਉਹਨੂੰ ਸਮਝੇ। ਉਹ ਕਹਿ ਰਿਹਾ ਵੀ ਇਹ ਮੇਰੀ ਓਬਲੀਗੇਸ਼ਨ ਹੈ ਟੂਵਰਡਸ ਦਾ ਆਲਮਾਈਟੀ ਕਿ ਮੈਂ ਇੱਕ ਐਸੀ ਕੌਮ ਪੈਦਾ ਕੀਤੀ ਆ। ਦੇਖੋ ਉਹ ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ 'ਤੇ ਬੈਠੇ ਆ, ਲਾਟਾਂ ਨਿਕਲ ਰਹੀਆਂ, ਤਾਂ ਲਾਟਾਂ ਦੇ ਚੰਗਿਆੜਿਆਂ ਵਿੱਚੋਂ ਗੁਰੂ ਕੀ ਦੇਖ ਰਿਹਾ? ਇੱਕ ਐਸੀ ਕੌਮ ਪੈਦਾ ਹੋ ਰਹੀ ਹੈ। ਉਹਨਾਂ ਲਾਟਾਂ ਦੇ ਵਿੱਚੋਂ, ਉਹਨਾਂ ਚੰਗਿਆੜਿਆਂ ਦੇ ਵਿੱਚੋਂ ਉਹ ਵੱਡੀਆਂ ਵੱਡੀਆਂ ਜਿਹੜੀਆਂ ਅੱਗ ਦੀਆਂ
ਭਾਂਬੜਾਂ ਦੇ ਵਿੱਚੋਂ ਕੀ ਪੈਦਾ ਹੋ ਰਹੀ ਹੈ? ਇੱਕ ਐਸੀ ਕੌਮ ਪੈਦਾ ਹੋ ਰਹੀ ਹੈ which would be very powerful, which would be very strong, which can face any challenge, any crisis. ਤੋ ਇਹ ਅੱਜ ਦਾ ਮੈਂ ਨਹੀਂ ਸਮਝਦਾ ਕੋਈ ਕ੍ਰਾਈਸਿਸ ਹੈ। ਇਹ ਤਾਂ ਕਮਜ਼ੋਰ, ਜਿਹੜਾ ਸਿੱਖ ਨੂੰ ਮੈਸੇਜ ਕੀ ਦਿੱਤਾ ਗੁਰੂ ਨੇ, ਚੜ੍ਹਦੀ ਕਲਾ। ਮੈਂ ਉਹੀ ਗੱਲ ਕਰਨ ਲੱਗਾ ਹੈਗਾ, ਚੜ੍ਹਦੀ ਕਲਾ ਦਾ। ਤੇ ਜੇ ਚੜ੍ਹਦੀ ਕਲਾ ਤਾਂ ਕੋਈ ਕ੍ਰਾਈਸਿਸ ਹੈ ਹੀ ਨਹੀਂ ਕੋਈ। ਮੈਨੂੰ ਬਹੁਤ ਲੋਕ ਸਵਾਲ ਕਰਦੇ, ਮੈਂ ਕਿਤਾਬ ਵੀ ਲਿਖੀ ਹੈ, ਕ੍ਰਿਟਿਕ ਆਫ ਵੈਸਟਰਨ ਰਾਈਟਿੰਗ ਔਨ ਸਿੱਖ ਰਿਲੀਜਨ ਐਂਡ ਹਿਸਟਰੀ, ਮੇਰੀ ਕਿਤਾਬ ਹੈ ਇੱਕ। ਉਸ ਦੇ ਵਿੱਚ ਮੈਂ ਇਹੀ ਐਸਟੈਬਲਿਸ਼ ਕੀਤਾ, ਮੈਂ ਕਿਹਾ ਕੋਈ ਹੈ ਹੀ ਨਹੀਂ। ਮਤਲਬ ਦੇਖੋ ਨਾ ਕੀ ਆ, ਲੋਕ ਕਹਿੰਦੇ ਜੀ ਹਿੰਦੂਆਂ ਤੋਂ RSS ਤੋਂ। ਮੈਂ ਕਿਹਾ RSS ਤਾਂ ਹੁਣ ਜੰਮੀ ਹੈ, 125 ਸਾਲ ਹੀ ਹੋਏ ਆ ਯਾਰ RSS ਨੂੰ। ਕੀ RSS ਕਰ ਦੂਗੀ ਸਿੱਖਾਂ ਦਾ? ਸਿੱਖਾਂ ਕੋਲ ਰਿਟਨ ਕਨਸਟੀਟਿਊਸ਼ਨ ਆ, ਜਿਹੜਾ ਕਿਸੇ ਹੋਰ ਕੌਮ ਦੇ ਕੋਲ ਨਹੀਂ ਹੈ। ਬਾਕੀ ਤਾਂ ਓਰਲ ਟ੍ਰੈਡੀਸ਼ਨ ਤੇ ਬਣੀਆਂ ਨੇ ਸਾਰੀਆਂ, ਜਿੰਨੀਆਂ ਵੀ ਦੁਨੀਆ ਦੀ ਸਕ੍ਰਿਪਚਰਸ ਆ। ਸਾਡੀ ਸਕ੍ਰਿਪਚਰ ਨਹੀਂ, ਸਾਡਾ ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ, ਲਿਵਿੰਗ ਕਾਰਪੋਰੇਟ। ਇਹਦਾ ਮਤਲਬ ਮਿਸਟਰ ਵਲਟੋਆ ਦੇ ਜੋ ਐਲੀਗੇਸ਼ਨ RSS BJP ਵਾਲੇ, ਉਹ ਤੁਹਾਨੂੰ ਫਾਲਸ ਐਲੀਗੇਸ਼ਨ? ਕੁਝ ਵੀ ਨਹੀਂ ਹੈਗੇ। RSS ਕੀ ਹੈ? ਕੁਝ ਵੀ ਨਹੀਂ ਹੈ। ਅੱਜ ਦੀ ਥੋੜ੍ਹਾ ਸਿੱਖਾਂ ਨਾਲ ਲੜ ਰਹੀ ਹੈ। ਸਿੱਖਾਂ ਦਾ ਮਲੀਆ ਮੇਟ ਕਰਨ ਲਈ 125 ਸਾਲ ਤੋਂ ਲੜ ਰਹੇ ਆ। ਸਿੱਖਾਂ ਦਾ ਇੱਕ ਵਾਲ ਵੀ ਨਹੀਂ ਵਿੰਗਾ ਹੋਇਆ। ਮੈਨੂੰ ਦੱਸੋ ਕਿਤੇ ਵੀ ਕੀ ਕੀਤਾ RSS ਨੇ? ਕੀ ਅਚੀਵਮੈਂਟ? ਇਨ ਸਪਾਈਟ ਆਫ ਦ ਫੈਕਟ ਕਿ ਐਡੀ ਵੱਡੀ ਸਟੇਟ ਉਹਨਾਂ ਦੀ ਬੈਕ ਐਂਡ ਕਾਲ ਦੇ ਉੱਤੇ RSS ਦੇ ਉੱਤੇ, ਕਿੱਥੇ ਸਿੱਖਾਂ ਦਾ ਵਾਲ ਵਿੰਗਾ ਹੋਇਆ? ਮੈਨੂੰ ਤਾਂ ਨਹੀਂ। ਚਲੋ ਇੱਕ ਛੋਟਾ ਜਿਹਾ ਵਕਫਾ ਲੈਣੇ, ਵਕਫੇ ਤੋਂ ਵਾਪਸ ਹੁੰਦੇ ਹਾਂ। ਪ੍ਰੋਫੈਸਰ ਢਿੱਲੋਂ ਸਾਡੇ ਨਾਲ ਹੈ। ਪ੍ਰੋਫੈਸਰ ਢਿੱਲੋਂ ਜਿਸ ਤਰੀਕੇ ਦੇ ਉਹਨਾਂ ਨੇ ਜਵਾਬ ਸਾਡੇ ਅੱਗੇ ਰੱਖੇ ਹੈ, ਉਹਨਾਂ ਨੇ ਕਿਹਾ ਕ੍ਰਾਈਸਿਸ ਨਹੀਂ ਹੈਗਾ, ਕ੍ਰਾਈਸਿਸ ਵਿੱਚੋਂ ਸਰਵਾਈਵਲ ਨਜ਼ਰ ਆਉਂਦਾ, ਉਹਨੂੰ ਰੋਸ਼ਨੀ ਨਜ਼ਰ ਆਉਂਦੀ ਹੈ। ਜੋ ਰੋਸ਼ਨੀ ਨਜ਼ਰ ਆਉਂਦੀ ਹੈ ਤਾਂ ਫਿਰ ਪੋਜ਼ਿਟਿਵਿਟੀ ਨਜ਼ਰ ਆਉਂਦੀ ਹੈ। ਜੋ ਪੋਜ਼ਿਟਿਵਿਟੀ ਨਜ਼ਰ ਆਉਂਦੀ ਫਿਰ ਚਿਹਰੇ ਤੇ ਰੌਣਕ ਆ ਜਾਂਦੀ ਹੈ। ਤੁਸੀਂ ਉਹਦੇ ਚਿਹਰੇ ਤੇ ਰੌਣਕ ਰੱਖੋ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਪ੍ਰੋਫੈਸਰ ਢਿੱਲੋਂ, ਤੁਸੀਂ ਕਹਿ ਰਹੇ ਹੋ ਕਿ ਚੜ੍ਹਦੀ ਕਲਾ ਸਾਡੇ ਕੋਲੇ ਬਹੁਤ ਵੱਡਾ ਕਨਸੈਪਟ ਹੈ, ਜੇ ਸਿਧਾਂਤ ਹੈ ਜੀ, ਵੀ ਲਿਵ ਔਨ ਦੈਟ, ਅਸੀਂ ਜਿਉਂਦੇ ਹਾਂ ਉਸ ਸਿਧਾਂਤ ਤੇ। ਐਬਸੋਲੂਟਲੀ। ਪਰ ਇਹ ਸਿਧਾਂਤ ਦੇ ਵਿਚਾਲੇ ਸਰ, ਜੇ ਕੌਮ ਦਾ ਜਥੇਦਾਰ ਭਾਵੁਕ ਹੋ ਕੇ ਆਪਣਾ ਅਹੁਦਾ ਛੱਡਣਾ ਚਾਹੁੰਦਾ, ਅਸਤੀਫਾ ਦੇਣਾ ਚਾਹ ਰਿਹਾ ਸੀ, ਤੇ ਉਹ ਅਸਤੀਫਾ ਨਾ ਮਨਜ਼ੂਰ ਵੀ ਕੀਤਾ ਗਿਆ, ਪ੍ਰੈਸ਼ਰ ਬਹੁਤ ਬਣਿਆ। ਪਰ ਸਰ ਸਵਾਲ ਇਹ ਹੈ ਕਿ ਉਹ ਚੜ੍ਹਦੀ ਕਲਾ ਵਾਲਾ ਜਿਹੜਾ ਸਿਧਾਂਤ ਹੈ ਉਦੋਂ ਕਿੱਥੇ ਸੀ ਸਰ? ਨਹੀਂ ਦੇਖੋ, ਮੈਂ ਉਹਨਾਂ ਦੇ ਡਿਸੀਜਨ ਤੇ ਕੋਈ ਕਮੈਂਟ ਨਹੀਂ ਕਰ ਸਕਦਾ। ਮੇਰੇ ਕੋਲ ਉਸ ਕਿਸਮ ਦੀ ਕੈਪੇਬਿਲਿਟੀ ਨਹੀਂ ਕਿ ਮੈਂ ਪੰਥ ਦਾ ਜਿਹੜਾ ਜਥੇਦਾਰ ਹੈ ਉਸ ਦੀ ਡਿਸੀਜਨ ਦੇ ਉੱਤੇ ਕੋਈ ਕਮੈਂਟ ਕਰ ਸਕਾਂ। ਮੈਂ ਉਹਦੀ ਰਿਸਪੈਕਟ ਹੀ ਕਰ ਸਕਦਾ। ਆਈ ਕੈਨ ਰਿਸਪੈਕਟ ਮਤਲਬ ਜਥੇਦਾਰ, ਬਟ ਆਈ ਕੈਨ ਨਾਟ condemn him, I cannot reject him, I will accept him as a leader of the Sikhs in this crisis. ਦੇਖੋ ਕ੍ਰਾਈਸਿਸ ਤਾਂ ਕਿਹੜੀ ਕੌਮ ਤੇ ਨਹੀਂ ਆਉਂਦੇ, ਸਾਰਿਆਂ ਤੇ ਆਉਂਦੇ ਆ। ਕਈ ਕੌਮਾਂ ਖਤਮ ਹੋ ਜਾਂਦੀਆਂ, ਵੈਪੋਰੇਟ ਹੋ ਕਿੰਨੀਆਂ ਨੇਸ਼ਨਸ, ਕਿੰਨੀਆਂ ਕਮਿਊਨਿਟੀਜ਼ ਦੁਨੀਆ ਦੇ ਇਤਿਹਾਸ 'ਚੋਂ ਮੁੱਕ ਗਈਆਂ। ਸਿੱਖ ਤਾਂ ਨਹੀਂ ਮੁੱਕੇ। ਸਿੱਖ ਹਰ ਈਵੈਂਟ ਦੇ ਵਿੱਚ, ਹਰ ਕ੍ਰਾਈਸਿਸ ਦੇ ਵਿੱਚ ਸਟਰੋਂਗਰ ਹੋ ਕੇ ਨਿਕਲੇ। ਤੁਸੀਂ ਇਤਿਹਾਸ ਖੋਲ੍ਹ ਕੇ ਦੇਖੋ ਨਾ, ਕਿਤਨਾ ਖੂਬਸੂਰਤ ਇਤਿਹਾਸ ਹੈ, ਸਮਝੇ ਕਿ ਨਹੀਂ? ਹੁਣ ਦੇਖੋ ਆਪਣੇ ਹਿੰਦੂ ਮਹਾਸਭਾ ਦਾ ਜਾਂ ਹਿੰਦੂ ਆਰਗੇਨਾਈਜੇਸ਼ਨ ਦਾ ਵੀ ਸਾਨੂੰ ਤਾਂ ਸੇਫਟੀ ਚਾਹੀਦੀ। ਦੇ ਫੀਲ ਇਨਸਿਕਿਉਰ ਇਨ ਸਪਾਈਟ ਆਫ ਆਲ ਦੀ ਮਾਈਟ ਐਟ ਦੇਅਰ ਕਮਾਂਡ ਆਫ ਦੀ ਸੱਚ ਏ ਸਟਰੋਂਗ ਐਂਡ ਹੈਵੀ ਸਟੇਟ। ਕਿੰਨੀ ਵੱਡੀ ਤੁਹਾਡੀ ਤਾਕਤ ਆ, ਬਾਵਜੂਦ ਇਸ ਗੱਲ ਦੇ ਤੁਸੀਂ ਇਨਸਿਕਿਉਰ ਫੀਲ ਕਰ ਰਹੇ। ਸਿੱਖਾਂ ਕੋਲ ਕੋਈ ਤਾਕਤ ਨਹੀਂ, ਸਿੱਖ ਇਨਸਿਕਿਉਰ ਫੀਲ ਹੀ ਨਹੀਂ ਕਰਦੇ। ਤੁਸੀਂ ਅਸਤੀਫੇ ਤੇ ਕੋਈ ਕੁਐਸਚਨ ਮਾਰਕ ਨਹੀਂ ਖੜਾ ਕਰਨਾ? ਨਹੀਂ, ਮੈਂ ਨਹੀਂ ਕਰ ਸਕਦਾ, ਕਿਉਂਕਿ ਇਹ ਉਹਨਾਂ ਦਾ ਆਪਣਾ ਡਿਸੀਜਨ ਆ। ਦੇਖੋ ਨਾ, ਜੇ ਉਹ ਮੇਰੇ ਤੋਂ ਬਹੁਤ ਵੱਡੀ ਉਹਨਾਂ ਦੀ ਹੈਸੀਅਤ ਆ, ਮੈਂ ਤਾਂ ਇੱਕ ਸਧਾਰਨ ਨਿਮਾਣਾ ਸਿੱਖ ਆ, ਉਹ ਤਾਂ ਜਥੇਦਾਰ ਹੈਗੇ ਤਖਤ ਦੇ, ਤਾਂ ਮੈਂ ਉਹਨਾਂ ਦੀ ਕਿਸੇ ਗੱਲ ਤੇ ਕਿਸ ਤਰ੍ਹਾਂ ਕਮੈਂਟ ਕਰਾਂ? ਚਲੋ, I have a respect for all the ਜਥੇਦਾਰਸ from the core of my heart, but I cannot comment on their decisions. ਇੱਕ ਮੈਂ ਤੁਹਾਨੂੰ ਤੁਹਾਡਾ ਯਾਦ ਕਰਾਉਣਾ ਹੈ ਇੱਕ ਬਿਆਨ, ਤੁਹਾਡੀ ਸਟੇਟਮੈਂਟ। ਤੁਸੀਂ ਹਮੇਸ਼ਾ ਇਹ ਕਹਿੰਦੇ ਹੋ ਕਿ ਹੁਣ ਤੁਸੀਂ ਕਹਿ ਰਹੇ ਕ੍ਰਾਈਸਿਸ 'ਚੋਂ ਸਰਵਾਈਵਲ ਨਜ਼ਰ ਆਉਂਦਾ। ਹਾਂ, ਤੁਸੀਂ ਇਹ ਕਹਿੰਦੇ ਸੀ ਵੀ ਸਾਡੇ ਜੇ ਕ੍ਰਾਈਸਿਸ ਹੈਗਾ ਤਾਂ ਸਿੱਖ ਲੀਡਰਸ਼ਿਪ ਦਾ ਕ੍ਰਾਈਸਿਸ ਹੈ। ਤੁਸੀਂ ਅੱਜ ਵੀ ਇਸ ਗੱਲ ਨਾਲ ਖੜੇ ਹੋ? ਪੋਲੀਟੀਕਲ ਲੀਡਰਸ਼ਿਪ ਦਾ, ਪੋਲੀਟੀਕਲ ਲੀਡਰਸ਼ਿਪ ਦਾ, ਨਾਟ ਅਦਰਵਾਈਜ਼। ਸਿੱਖਾਂ ਕੋਲ ਲੀਡਰਸ਼ਿਪ ਹੈ। ਸਿੱਖਾਂ ਕੋਲ ਕਿਹਦੀ ਲੀਡਰਸ਼ਿਪ ਹੈ? ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ। ਲਿਵਿੰਗ ਕਾਰਪੋਰੇਟ ਗੁਰੂ ਆ ਤੁਹਾਡਾ, ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ, ਸਮਝੇ ਕਿ ਨਹੀਂ? ਉਸ ਦੀ ਲੀਡਰਸ਼ਿਪ, ਯੂ ਲੁੱਕ ਫॉर ਹਿਸ ਲੀਡਰਸ਼ਿਪ, ਹੀ ਵਿਲ ਜਸ ਉਹਨੂੰ ਘੋਖ ਕੇ ਦੇਖੋ, ਉਹ ਤੁਹਾਨੂੰ ਜਵਾਬ ਦੇਗਾ। ਹੀ ਵਿਲ
he will answer your questions and those answers would be profound, perfect. ਠੀਕ ਹੈ। ਮੈਨੂੰ ਇਹ ਦੱਸ ਦਿਓ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੋ ਇਸ ਵਕਤ ਦੋ ਧੜੇ ਆ, ਇੱਕ ਸੁਧਾਰ ਲਹਿਰ ਤੇ ਇੱਕ ਸ਼੍ਰੋਮਣੀ ਅਕਾਲੀ ਦਲ, ਕੀ ਤੁਹਾਨੂੰ ਉਹਦੇ ਵਿੱਚ ਪੋਲੀਟੀਕਲ ਕ੍ਰਾਈਸਿਸ ਲੱਗਦਾ? ਜੇ ਪੋਲੀਟੀਕਲ ਕ੍ਰਾਈਸਿਸ ਲੱਗਦਾ ਤਾਂ ਫਿਰ ਉਹਨਾਂ ਨੂੰ ਗਾਈਡ ਕੌਣ ਕਰੂਗਾ? ਮੈਨੂੰ ਦੱਸੋ ਕਿਹੜੀ ਪੋਲੀਟੀਕਲ ਪਾਰਟੀ ਆ ਜਿਹਦੇ 'ਚ 2 ਜਾਂ 3 ਜਾਂ 4 ਧੜੇ ਨਹੀਂ? ਮੈਨੂੰ ਇਹ ਦੱਸੋ। ਬੀਜੇਪੀ 'ਚ ਨਹੀਂ ਹੈ, RSS 'ਚ ਨਹੀਂ ਹੈ। ਸਾਰੀ ਦੁਨੀਆ ਦੀਆਂ ਪਾਰਟੀਆਂ ਜਿਹੜੀਆਂ ਲਿਵਿੰਗ ਆਰਗੇਨਾਈਜੇਸ਼ਨਸ ਆ, ਹਿਊਮਨ ਐਲੀਮੈਂਟ ਜਿਨ੍ਹਾਂ ਦੇ ਵਿੱਚ ਆ, ਉਹਨਾਂ 'ਚ ਕਨਫਲਿਕਟ ਤੇ ਕਲੈਸ਼ ਤਾਂ ਹੁੰਦਾ ਹੀ ਹੈ। ਜੇ ਕਨਫਲਿਕਟ ਤੇ ਕਲੈਸ਼ ਨਾ ਹੋਵੇ ਤਾਂ ਗ੍ਰੇਵਯਾਰਡ ਆ, ਗੋ ਟੂ ਦ ਗ੍ਰੇਵਯਾਰਡ। ਨੋਬਡੀ ਨਹੀਂ ਸਰ, ਮੇਰਾ ਸਵਾਲ ਇਸ ਕਰਕੇ ਹੈ ਸਰ, ਜਦੋਂ ਇਹ ਆਪਾਂ ਇਸ ਸਿਆਸਤ ਦੀ ਗੱਲ ਕਰਦੇ ਹਾਂ, ਤੁਸੀਂ ਤਾਂ ਇਹ ਕਹੋਗੇ ਕਿ ਕ੍ਰਾਈਸਿਸ ਸਾਰੇ ਕਿਤੇ ਹੈਗਾ, ਸਭ ਜਗ੍ਹਾ ਹੈ, ਸਭ ਸਾਰੀਆਂ ਪਾਰਟੀਆਂ 'ਚ, ਕਿਸੇ ਵੀ ਪਾਰਟੀ ਦਾ ਜ਼ਿਕਰ ਕਰ ਲਿਆ। ਪਰ ਸਰ ਜਦੋਂ ਇਹ ਗੱਲ ਕਹਿੰਦੇ ਨਾ ਕ੍ਰਾਈਸਿਸ ਦੇ ਵਿਚਾਲੇ, ਕਹਿੰਦੇ ਸਿੱਖ ਵੰਡੇ ਗਏ ਜੀ, ਪੰਥ ਵੰਡਿਆ ਗਿਆ, ਸਰ ਉਹ ਸਵਾਲ ਤੰਗ ਕਰਦਾ ਸਾਨੂੰ। ਪੰਥ ਨਹੀਂ ਵੰਡਿਆ ਗਿਆ, ਸਿੱਖਾਂ ਦੀ ਜਿਹੜੇ ਕਮਜ਼ੋਰ ਦਿਲ ਸਿੱਖ ਹੈਗੇ ਨਾ, ਵੀਕ ਸਿੱਖਸ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਮੁਹੱਬਤ ਤੇ ਪਿਆਰ ਨਹੀਂ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਸਮਝ ਨਹੀਂ, ਉਹਨਾਂ ਨੂੰ ਕ੍ਰਾਈਸਿਸ ਲੱਗਦਾ। ਤੁਹਾਡੇ ਕੋਲ ਲਿਵਿੰਗ ਕਾਰਪੋਰੇਟ ਗੁਰੂ ਹੈ, ਜਿਉਂਦਾ ਜਾਗਦਾ ਸਾਖਸ਼ਾਤ ਗੁਰੂ ਆ। ਮੈਂ ਨਹੀਂ ਕਹਿ ਰਿਹਾ, ਗੁਰੂ ਆਪ ਕਹਿ ਰਿਹਾ। ਉਸ ਤੋਂ ਇਲਾਵਾ ਕੀ ਆ, ਅੱਜ ਦਾ ਜਿਹੜਾ ਇੰਡੀਅਨ ਸੁਪਰੀਮ ਕੋਰਟ 3 ਜੱਜਾਂ ਦਾ ਫੁੱਲ ਬੈਂਚ ਇਹ ਫੈਸਲਾ ਦੇ ਰਿਹਾ ਕਿ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਆ ਸਿੱਖਾਂ ਦਾ, ਉਹ ਲਿਵਿੰਗ ਕਾਰਪੋਰੇਟ ਗੁਰੂ ਆ, ਔਰ ਉਸ ਪੋਜੀਸ਼ਨ ਔਰ ਸਟੇਟਸ ਇਜ਼ ਨਾਟ ਅਸਾਈਨਡ ਟੂ ਦੀ ਹਿੰਦੂ ਆਈਡਲ ਔਰ ਟੂ ਦੀ ਕ੍ਰਿਸਚਨ ਕ੍ਰਾਸ। ਇਹ ਮੈਂ ਨਹੀਂ ਕਹਿ ਰਿਹਾ, ਇਹ 3 ਜੱਜ ਇੰਡੀਅਨ ਸੁਪਰੀਮ ਕੋਰਟ ਦੇ ਕਹਿ ਰਹੇ ਆ। ਮੈਂ ਇੰਨੇ ਮਹੀਨਿਆਂ ਤੋਂ ਡਿਬੇਟ ਕਰ ਰਿਹਾ, ਮੈਨੂੰ ਲੱਗਦਾ ਮੈਂ ਲੇਟ ਹੋ ਗਿਆ ਤੁਹਾਨੂੰ ਬੁਲਾਉਣ ਤੇ। ਕਿਉਂ? ਵਾਈ ਨਾਟ? ਇਹ ਤਾਂ ਬੜੀ ਪੋਜ਼ਿਟਿਵਿਟੀ ਭਰਤੀ ਹੈ। ਐਬਸੋਲੂਟਲੀ ਇਟ ਇਜ਼ ਪੋਜ਼ਿਟਿਵ। ਔਰ ਜਿਹੜੀਆਂ ਕੌਮਾਂ ਲੜਦੀਆਂ ਨਹੀਂ, ਉਹ ਤਾਂ ਗ੍ਰੇਵਯਾਰਡ, ਮੁਰਦਾ ਕੌਮਾਂ ਹੁੰਦੀਆਂ ਜਿਹੜੀਆਂ ਪਈਆਂ ਉੱਥੇ। ਗ੍ਰੇਵਯਾਰਡ 'ਚ ਦੇਖੋ ਨਾ, ਕੋਈ ਕਿਸੇ ਨਾਲ ਨਹੀਂ ਲੜਦਾ, ਕੋਈ ਕਿਸੇ ਦੇ ਕੁਐਸਚਨ ਨਹੀਂ। ਲੜਨਾ ਜ਼ਰੂਰੀ ਹੈ, ਲੜਨਾ ਜ਼ਰੂਰੀ ਹੈ। ਲੜਨ ਨਾਲ ਹੀ ਤੁਹਾਨੂੰ ਸ਼ਕਤੀ ਮਿਲਦੀ ਹੈ। ਡੋਸਾਈਲ ਹੋ ਕੇ ਮਤਲਬ ਰਹਿਣਾ ਕੋਈ ਜ਼ਿੰਦਗੀ ਹੈ? ਘਰ ਦੇ ਵਿੱਚ ਬੱਚੇ ਨਹੀਂ ਲੜਦੇ ਆਪਸ 'ਚ? ਜਿੱਥੇ ਭਾਂਡੇ ਆ 2, ਖੜਕਣਾ ਹੀ ਉਹਨਾਂ ਨੂੰ, ਖੜਕਣਾ ਚਾਹੀਦਾ। ਜੇ ਭਾਂਡੇ ਖੜਕਣਗੇ ਨਹੀਂ ਤਾਂ ਭਾਂਡੇ ਹੈ ਹੀ। ਸਰ ਇੱਥੇ ਤਾਂ ਸ਼ਕਤੀ ਕੁਰਸੀ ਦੀ ਚਾਹੀਦੀ ਹੈ ਨਾ। ਨਹੀਂ, ਕੁਰਸੀ ਕਾਹਦੀ? ਕੁਰਸੀ ਮਿਲ ਜਾਏਗੀ, ਕੁਰਸੀ ਮਿਲ ਜਾਏਗੀ। ਸਟਰਗਲ ਫॉर दैट, ਸਟਰਗਲ ਫॉर दैट। ਉਹਦੇ ਲਈ ਸਟਰਗਲ ਕਰੋ, ਜ਼ਿੰਦਾ ਦਿਲ ਬਣੋ, ਸਭ ਕੁਝ ਮਿਲ ਜਾਏਗਾ। ਗੁਰੂ ਦੀ ਰਹਿਮਤ ਚਾਹੀਦੀ ਹੈ, ਗੁਰੂ ਦੀ ਬਖਸ਼ਿਸ਼ ਚਾਹੀਦੀ ਹੈ, ਸਭ ਕੁਝ ਮਿਲ ਜਾਏਗਾ। ਤੁਸੀਂ ਕਿਸ ਵਿਚਾਰਧਾਰਾ ਦੀ ਸਪੋਰਟ ਕਰਦੇ ਪਿਓ? ਮੈਂ ਸੁਧਾਰ ਲਹਿਰ ਵਾਲਿਆਂ ਦੀ ਜਾਂ ਸ਼੍ਰੋਮਣੀ ਅਕਾਲੀ ਜਿਹੜਾ ਬਾਦਲ ਗਰੁੱਪ ਹੈ? ਮੈਂ ਕਿਸੇ ਦੀ ਨਹੀਂ ਸਪੋਰਟ ਕਰਦਾ। ਮੈਂ ਕਹਿੰਦਾ ਵੀ ਸਿੱਖਾਂ ਨੂੰ ਗੁਰੂ ਨੂੰ ਸਮਰਪਿਤ ਹੋ ਕੇ, ਗੁਰੂ ਨੂੰ ਸਮਰਪਿਤ ਹੋ ਕੇ ਜ਼ਿੰਦਗੀ ਬਸਰ ਕਰਨ। ਤੁਹਾਡੇ ਕੋਲ ਤਾਂ ਸਾਰੀਆਂ ਸਲਤਨਤਾਂ ਹੈਗੀਆਂ, ਜਿਹੜਾ ਤੁਹਾਡੇ ਕੋਲ ਕਿਸੇ ਹੋਰ ਕੋਲ ਨਹੀਂ ਹੈ। ਜਿਹੜਾ ਰਿਟਨ ਕਨਸਟੀਟਿਊਸ਼ਨ ਤੁਹਾਨੂੰ ਗੁਰੂ ਦੇ ਗਿਆ, ਦੂਜੇ ਨੂੰ ਤਾਂ ਰਿਟਨ ਕਨਸਟੀਟਿਊਸ਼ਨ ਕਿਸੇ ਨੇ ਨਹੀਂ ਦਿੱਤਾ। ਉਹ ਤਾਂ ਓਰਲ ਟ੍ਰੈਡੀਸ਼ਨ ਹੈ ਸਾਰਿਆਂ ਦੀ। 500 ਸਾਲ, 700 ਸਾਲ, 1000 ਸਾਲ, 2000 ਸਾਲ ਬਾਅਦ ਉਹਨਾਂ ਦੇ ਗ੍ਰੰਥ। ਉਹਨਾਂ ਦੀ ਆਥੈਂਟਿਸਿਟੀ ਕੀ? ਨਾ ਉਹਨਾਂ ਦੀ ਆਥੈਂਟਿਸਿਟੀ ਹੈ, ਨਾ ਉਹਨਾਂ ਦੀ ਇੰਟੈਗ੍ਰਿਟੀ। ਗੁਰੂ ਦੇ ਸ਼ਬਦ ਦੀ ਇੰਟੈਂਸ ਸਭ ਕੁਝ ਉਹਦੇ ਵਿੱਚ ਹੈ। ਉਹਦੀ ਇੰਟੈਗ੍ਰਿਟੀ ਹੈ, ਉਹਦੀ ਆਥੈਂਟਿਸਿਟੀ ਹੈ, ਉਹਦੀ ਰਿਲਾਇਬਿਲਿਟੀ ਹੈ। ਉਹ ਤੁਹਾਨੂੰ ਜਵਾਬ ਦਿੰਦਾ। ਤੁਹਾਨੂੰ ਮੈਂ ਓਨੈਸਟਲੀ ਦੱਸਾਂ, ਅੱਜ ਜਦੋਂ ਯੋਧਾ ਦਾ ਹੋਇਆ ਨਾ, ਉੱਥੇ ਪ੍ਰਾਣ ਪ੍ਰਤਿਸ਼ਠਾ ਹੋਣੀ ਸੀਗੀ, ਤਾਂ ਬਹੁਤ ਬੜਾ ਸਿੱਖਾਂ 'ਚ ਕ੍ਰਾਈਸਿਸ ਆਇਆ। ਕਿਉਂਕਿ ਉਹਨਾਂ ਨੇ ਇਨਵੀਟੇਸ਼ਨ ਦਿੱਤੇ ਜਥੇਦਾਰ ਸਾਹਿਬਾਨ ਨੂੰ, ਉਹਨਾਂ ਨੇ ਇਨਵੀਟੇਸ਼ਨ ਦਿੱਤੇ ਜਥੇਦਾਰ ਸਾਹਿਬਾਨ ਨੂੰ। ਕੁਝ ਲੋਕ ਕਹਿੰਦੇ ਆ ਵੀ ਜਥੇਦਾਰ ਸਾਹਿਬਾਨ ਨੇ ਕੱਪੜੇ ਸਵਾਲੇ ਸਨ, ਨਵੇਂ ਪਾ ਕੇ ਜਾਵਾਂਗੇ। ਉਹ ਇੱਥੇ 28 ਸੈਕਟਰ ਦੇ ਵਿੱਚ ਸਿੰਘ ਸਭਾ ਜਿਹੜਾ ਹੈਗਾ ਸ਼ਤਾਬਦੀ ਕੇਂਦਰ, ਉੱਥੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਾਲ ਕੀਤੀ, ਮੈਨੂੰ ਬੁਲਾ ਲਿਆ। ਤਾਂ ਮੈਨੂੰ ਉਹ ਪ੍ਰੈਸ ਵਾਲੇ ਬਹੁਤ ਇਕੱਠੇ ਹੋਏ ਹੋਏ ਸੀ, ਉਹ ਮੇਰੇ ਖਿਆਲ ਤੁਹਾਡੇ ਬੰਦੇ ਵੀ ਹੋਣੇ ਉੱਥੇ। ਉਹ ਕਹਿਣ ਲੱਗੇ ਜੀ ਕੀ ਇਹ ਸਿੱਖ ਇਹਨਾਂ ਨੂੰ ਕੀ ਕਰਨਾ ਚਾਹੀਦਾ ਜਥੇਦਾਰਾਂ ਨੂੰ? ਮੈਂ ਕਿਹਾ ਜਥੇਦਾਰ ਵੱਡਾ ਕਿ ਗੁਰੂ ਵੱਡਾ? ਇਹ ਕੁਐਸਚਨ ਮੈਂ ਉਹਨਾਂ ਨੂੰ ਕੀਤਾ। ਚੁੱਪ ਕਰਕੇ ਮੈਂ ਕਿਹਾ ਗੁਰੂ ਵੱਡਾ, ਗੁਰੂ ਪਹਿਲਾਂ ਆਇਆ, ਜਥੇਦਾਰ ਬਾਅਦ 'ਚ ਆਏ। ਤੇ ਗੁਰੂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਪਸ਼ਟ ਤੌਰ ਤੇ ਦੱਸਤਾ ਵੀ ਸਾਡਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹੈ। ਜਿਹੜੀ ਨਾ ਹਮ ਹਿੰਦੂ ਨਾ ਮੁਸਲਮਾਨ ਵਾਲੀ ਗੱਲ ਆ, ਜਿਹੜੀ ਤੁਕਾ ਮਹਾਰਾਜ 5ਵੇਂ ਪਾਤਸ਼ਾਹ ਦੀ ਮੈਂ ਪੜ੍ਹ ਕੇ ਸੁਣਾਤੀ, ਮੇਰੇ ਕੋਲ ਕਿਤਾਬ ਸੀ ਨਾ। ਅਸੀਂ ਸਾਡਾ ਤਾਂ ਇਹਨਾਂ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਅਸੀਂ ਜਾਣਾ ਕਾਹਦੇ ਲਈ? ਕੋਈ ਕਦੇ ਗੁਰਦੁਆਰੇ 'ਚੋਂ ਕਿਸੇ ਨੂੰ ਇਨਵੀਟੇਸ਼ਨ ਆਇਆ, ਚਾਹੇ ਪ੍ਰਾਈਮ ਮਿਨਿਸਟਰ ਹੋਵੇ ਚਾਹੇ ਪ੍ਰੈਜ਼ੀਡੈਂਟ ਹੋਵੇ, ਕਿੰਨੇ ਉੱਥੇ ਪ੍ਰੈਜ਼ੀਡੈਂਟ ਆਉਂਦੇ ਆ ਦਰਬਾਰ ਸਾਹਿਬ ਦੇ ਵਿੱਚ, ਕੋਈ ਇਨਵੀਟੇਸ਼ਨ ਉਹਨੂੰ ਦਿੱਤਾ ਜਾਂਦਾ?
ਅੱਜ ਤੱਕ ਨਹੀਂ ਹੋਈ ਇਹ ਗੱਲ। ਇਹ ਕੀ ਹੋ ਰਿਹਾ? ਇਹ ਸਮਾਲਨੈਸ ਆ, ਮੈਨੂੰ ਕਹਿਣਾ ਨਹੀਂ ਚਾਹੀਦਾ, ਛੋਟਾ ਪਨ ਹੈ। ਤੁਸੀਂ ਇਨਵੀਟੇਸ਼ਨ ਦੇ ਰਹੇ ਹੋ, ਫਿਰ ਉਹ ਇਨਵੀਟੇਸ਼ਨ ਲਈ ਤਿਆਰ ਹੋ ਰਹੇ ਆ। ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਵੀ ਗੁਰੂ ਨਾਲ ਤਾਂ ਗੱਲ ਕਰਕੇ ਦੇਖ ਲਓ, ਹੈ ਕਮਿਊਨੀਕੇਸ਼ਨ ਵਿਦ ਦੀ ਗੁਰੂ, ਓਪਨ ਦੀ ਪੇਜਿਸ ਆਫ ਦ ਗੁਰੂ ਗ੍ਰੰਥ ਸਾਹਿਬ, ਉਹਦੇ ਵਿੱਚ ਸਾਫ਼ ਤੌਰ 'ਤੇ ਲਿਖਿਆ ਸਾਡਾ ਨਾ ਹਿੰਦੂਆਂ ਨਾਲ ਮੁਸਲਮਾਨਾਂ ਨਾਲ ਕੋਈ ਧਾਰਮਿਕ ਰਿਸ਼ਤਾ ਨਹੀਂ। ਫਿਰ ਕਾਹਦੇ ਲਈ ਜਾਣਾ ਉੱਥੇ? ਉਹਦੀ ਉਸੇ ਸਟੇਟਮੈਂਟ ਦਾ ਇੱਕੋ ਰਾਤੋਂ ਰਾਤ ਸਭ ਚੁੱਪ ਕਰ ਗਏ। ਕੁੱਲ ਮਿਲਾ ਕੇ ਤੁਸੀਂ ਇਹ ਕਹਿਣਾ ਵੀ ਸਾਨੂੰ ਜੋ ਵੀ ਮਸਲੇ ਖੜੇ ਹੁੰਦੇ ਆ ਗੁਰੂ ਤੋਂ ਸੇਧ ਲੈਣੀ ਚਾਹੀਦੀ। ਐਬਸੋਲੂਟਲੀ ਉਹਨੇ ਸਭ ਕੁਝ ਦਿੱਤਾ, ਕੀ ਖਾਣਾ, ਕਿੰਨਾ ਸੋਣਾ, ਕਿੰਨਾ ਬੋਲਣਾ, ਹਰ ਚੀਜ਼ ਉਹਦੇ 'ਚ ਅੰਕਿਤ ਆ, ਹਰ ਚੀਜ਼। ਸਮਝੇ ਨਹੀਂ? ਕਿੰਨਾ ਸੋਣਾ ਮਤਲਬ ਕਿੱਡੀ ਕਿੰਨਾ ਬੋਲ, ਵਿੱਚ ਰਹੀਏ ਨਾਨਕ ਦੁਨੀਆ, ਕਿਛ ਸੁਣੀਏ ਕਿਛ ਕਹੀਏ। ਬੋਲਣ 'ਤੇ ਵੀ ਉਹਨਾਂ ਨੇ ਪਾਬੰਦੀ ਲਾਈ ਵੀ ਐਵੇਂ ਬਕ ਨਾ ਕਰੀ ਜਾਓ, ਉਨਾ ਕੁ ਬੋਲੋ ਜਿੰਨੀ ਕੁ ਲੋੜ। ਚਲੋ ਜਿਹੜੇ ਸੁਣਦੇ ਪਏ ਲੀਡਰ ਜਿਹੜੇ ਬਿਆਨਬਾਜ਼ੀ ਕਰਦੇ ਪਏ ਉਹਨਾਂ ਦੀ ਉਹ ਤੁਹਾਡੀ ਗੱਲ ਸੁਣਦੇ ਪਏ ਹੋਣਗੇ ਇਸ ਵਕਤ। ਸੋ ਇਸ ਬੇਲੋੜਾ ਨਾ ਬੋਲਿਆ ਜਾਵੇ। ਜਦੋਂ ਜ਼ਰੂਰਤ ਹੋਵੇ, ਜੇ ਜ਼ਰੂਰਤ ਹੋਵੇ ਬੋਲੋ। ਵਿੱਚ ਰਹੀਏ ਦੁਨੀਆ ਨਾਨਕ, ਬੜੀ ਕਮਾਲ ਦੀ ਗੱਲ ਵੀ ਜਿਹੜੀਆਂ ਦੁਨੀਆ 'ਚ ਲੜਾਈਆਂ ਕਿਸ ਗੱਲ 'ਤੇ ਹੁੰਦੀਆਂ, ਤੁਸੀਂ ਵੀ ਬੋਲੀ ਜਾ ਰਹੇ, ਮੈਂ ਵੀ ਬੋਲੀ ਜਾ ਰਿਹਾ, ਨਾ ਤੁਹਾਨੂੰ ਮੈਂ ਮੌਕਾ ਦਿੰਦਾ ਬੋਲਣ ਦਾ, ਨਾ ਤੁਸੀਂ ਮੈਨੂੰ ਮੌਕਾ। ਲੜਾਈ ਹੋ ਗਈ, ਕੌਮਾਂ ਦੀਆਂ ਲੜਾਈਆਂ ਹੁੰਦੀਆਂ ਸਟੇਟਮੈਂਟਾਂ 'ਤੇ ਹੀ ਹੁੰਦੀਆਂ। ਸਮਝੇ ਨਾ? ਮਹਾਰਾਜ ਨੇ ਕਿੱਡੀ ਪ੍ਰੋਫਾਊਂਡ ਗੱਲ ਕਹੀ ਆ, ਦੈਟ ਇਜ਼ ਨਾਟ ਓਨਲੀ ਐਡਰੈਸ ਟੂ ਦੀ ਸਿੱਖਸ, ਦੈਟ ਇਜ਼ ਐਡਰੈਸ ਟੂ ਆਲ ਦੀ ਹਿਊਮਨ ਬੀਇੰਗਸ। ਕੌਮਾਂ ਨੂੰ ਐਡਰੈਸ ਕੀਤੀ ਜਾਣੀ ਚਾਹੀਦੀ ਆ। ਵਿੱਚ ਰਹੀਏ ਦੁਨੀਆ ਨਾਲ, ਜੇ ਦੁਨੀਆ 'ਚ ਰਹਿਣਾ, ਕਿਛ ਸੁਣੀਏ, ਪਹਿਲਾਂ ਸੁਣ ਲਓ, ਫਿਰ ਜੇ ਲੋੜ ਪਏ ਤਾਂ ਫਿਰ ਬੋਲ ਪੋ, ਨਹੀਂ ਤਾਂ ਲੋੜ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲੈਣੇ, ਤੁਹਾਨੂੰ ਸੁਣਨਾ ਅੱਜ ਛੋਟਾ ਜਿਹਾ ਬ੍ਰੇਕ ਤੋਂ ਵਾਪਸ ਆਵਾਂਗੇ ਤੇ ਵਾਪਸ ਆ ਕੇ ਕੁਝ ਹੋਰ ਸੁਣਾਂਗੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਪ੍ਰੋਫੈਸਰ ਢਿੱਲੋਂ ਦੀ ਅਸੀਂ ਸੁਣ ਰਹੇ ਹਾਂ। ਢਿੱਲੋਂ ਸਾਹਿਬ, ਬਾਦਲ ਸਾਹਿਬ ਕਹਿੰਦੀ ਸੁਣਦੇ? ਮੈਨੂੰ ਹੁਣ ਕੀ ਪਤਾ ਕਿਹਦੇ, ਮੈਂ ਕੋਈ ਬਾਦਲ ਦਾ ਸੈਕਟਰੀ ਨਹੀਂ ਰਿਹਾ, ਮੈਂ ਬਾਦਲ ਦਾ ਕੋਈ ਉਹ ਨਹੀਂ ਰਿਹਾ। ਮੇਰਾ ਮਤਲਬ ਉਹ ਤਾਂ ਆਪਣਾ ਟਾਈਮ ਗੁਜ਼ਾਰਦੀ ਆ ਉਹਨਾਂ ਨੇ। ਨਹੀਂ, ਹੁਣ ਉਹਨਾਂ ਉੱਤੇ ਤਾਂ ਸੰਕਟ ਹੈ ਨਾ, ਕਿ ਤੁਸੀਂ ਉਹ ਵੀ ਸੰਕਟ ਨਹੀਂ ਮੰਨਦੇ? ਸੰਕਟ ਕਦੇ ਹੁੰਦੇ ਆ? ਜ਼ਿੰਦਗੀ ਇੱਕ ਕ੍ਰਾਈਸਿਸ ਹੈ, ਜ਼ਿੰਦਗੀ ਇੱਕ ਪਾਰਟ ਆਫ ਲਵ ਹੇਟ ਹੈ। ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ, ਕੌਣ ਕਹਿੰਦਾ ਸਮੂਥ ਸੇਲਿੰਗ ਹੋਊਗੀ ਜ਼ਿੰਦਗੀ? ਜ਼ਿੰਦਗੀ ਸਮੂਥ ਸੇਲਿੰਗ ਥੋੜ੍ਹਾ, ਜ਼ਿੰਦਗੀ ਸਮੂਥ ਸੇਲਿੰਗ ਨਹੀਂ ਹੈ। ਜਿਹਦੀ ਸਮੂਥ ਸੇਲਿੰਗ ਤਾਂ ਮੈਂ ਤੁਹਾਨੂੰ ਕਬਰਿਸਤਾਨ 'ਚ ਹੁੰਦੀ ਹੈ। ਜਿਹੜੀ ਲਾਈਫ ਆ, that has to come into clash and conflict, that can't accept silence। ਤੁਸੀਂ ਇਹ ਕਹਿਣਾ ਚਾਹੋਗੇ ਜ਼ਿੰਦਗੀ ਕੰਡਿਆਂ ਦੀ ਸੇਜ ਹੈ? ਕੰਡਿਆਂ ਦੀ ਸੇਜ ਹੁੰਦੀ ਆ, ਹਾਂ। ਕਲੈਸ਼ ਐਂਡ ਕਨਫਲਿਕਟ ਹੁੰਦਾ ਜ਼ਿੰਦਗੀ 'ਚ, ਉਹਦੇ ਨਾਲ ਹੀ ਤੁਸੀਂ ਸਰਵਾਈਵ ਕਰਦੇ ਹੋ। ਚਲੋ ਅੱਜ ਕੱਲ੍ਹ ਤੁਹਾਡਾ ਦੇਖੋ ਜ਼ਿੰਦਗੀ, ਜਿਸਮ ਦੇ ਵਿੱਚ ਕਿੰਨੀਆਂ ਚੀਜ਼ਾਂ ਜਿਹੜੀਆਂ ਆਪਸ 'ਚ ਲੜ ਰਹੀਆਂ। ਉਹ ਬਿਮਾਰੀ ਹੋ ਗਈ, ਜਿਹੜੀ ਨੈਗੇਟਿਵ ਕੋਈ ਚੀਜ਼ ਹੈ ਓਵਰ ਪਾਵਰ ਕਰ ਗਈ ਜਿਹੜੀ ਪੋਜ਼ਿਟਿਵ ਚੀਜ਼। ਤੁਹਾਨੂੰ ਫਲਾਨੀ ਬਿਮਾਰੀ, ਤਿਮਕੀ ਬਿਮਾਰੀ, ਅਮਕੀ ਬਿਮਾਰੀ ਹੋ ਗਈ। ਹਰ ਜਗ੍ਹਾ ਲੜਾਈ ਹੈ, ਹਰ ਜਗ੍ਹਾ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜੇ ਚੰਗਾ ਵਕਤ ਜ਼ਿਆਦਾ ਦੇਰ ਨਹੀਂ ਰਹਿੰਦਾ ਗਾ ਤਾਂ ਫਿਰ ਮਾੜਾ ਵੀ ਨਹੀਂ ਰਹਿੰਦਾ? ਮਾੜਾ ਵੀ ਨਹੀਂ ਰਹਿੰਦਾ, ਚੱਲਦੀ ਆ। ਇਟਸ ਅ ਪਾਰਟ ਆਫ ਲਾਈਫ, ਇਟ ਇਜ਼ ਅ ਪਾਰਟ ਆਫ ਲਾਈਫ। ਕਿਸੇ ਜਗ੍ਹਾ ਵੀ ਤੁਸੀਂ ਹੈਗੇ ਹੋ, ਤੁਹਾਨੂੰ ਕਨਫਲਿਕਟ ਐਂਡ ਕਲੈਸ਼ ਹੋਏਗਾ। ਇਹ ਨਹੀਂ ਹੋ ਸਕਦਾ ਵੀ ਤੁਸੀਂ ਮੁਰਦਾਰ ਘਾਟ ਦੇ ਵਿੱਚ ਪਏ ਹੋ, ਉੱਥੇ ਪਏ ਆ ਇੱਕ ਦੂਜੇ ਨਾਲ, ਕੋਈ ਨਹੀਂ ਲੜਦਾ। ਪਰ ਫਿਰ ਸਰ ਇਹ ਤਾਂ ਕਹਿਣਾ ਪਊਗਾ ਨਾ ਵੀ ਜਿਹੜੀਆਂ ਗਲਤੀਆਂ ਮੈਂ ਪਹਿਲਾਂ ਕੀਤੀਆਂ, ਜਿੰਦੇ ਕਰਕੇ ਤਨਖਾਹੀਆ ਕਰਾਰ ਦਿੱਤਾ ਗਿਆ, ਉਹ ਮੈਂ ਭਵਿੱਖ ਵਿੱਚ ਨਹੀਂ ਕਰੂੰਗਾ। ਦੇਖੋ, ਇਹ ਤਾਂ ਹੁਣ ਆਲ ਡਿਪੈਂਡਸ ਉਸ ਬੰਦੇ ਦੀ ਇੰਡੀਵਿਜੂਅਲ ਪਰਸਨੈਲਿਟੀ ਕੀ ਹੈ। ਕੋਈ ਤਾਂ ਆਪਣੇ ਗੁਨਾਹ ਕਬੂਲ ਕਰ ਲੈਂਦਾ, ਕੋਈ ਆਪਣੇ ਗੁਨਾਹ ਕਬੂਲ ਨਹੀਂ ਕਰਦਾ। ਸਮਝੇ ਜੀ? ਉਹ ਤਾਂ ਮਤਲਬ ਉਸ ਆਦਮੀ ਦੀ ਪਰਸਨੈਲਿਟੀ, ਉਹਦਾ ਆਊਟਲੁੱਕ ਕੀ ਆ, ਉਹਦਾ ਐਟੀਟਿਊਡ ਕੀ ਆ। ਗੁਨਾਹ ਤਾਂ ਮੰਨਣੇ ਪੈਣਗੇ ਨਾ, ਗੁਨਾਹ ਤਾਂ ਮੰਨ ਵੀ ਰਹੇ ਆ, ਮੰਨਣੇ ਪੈਣਗੇ। ਪਰ ਫਿਊਚਰ ਦੇ ਵਿੱਚ ਕਿਵੇਂ ਦੇਖਿਆ ਜਾਊਗਾ? ਫਿਊਚਰ ਜਦੋਂ ਆਏਗਾ, ਜਿਸ ਕਿਸਮ ਦਾ ਕ੍ਰਾਈਸਿਸ ਆਏਗਾ, ਜਿਸ ਕਿਸਮ ਦੀ ਪ੍ਰੋਬਲਮ ਆਏਗੀ, ਫਿਰ ਦੇਖ ਲਾਂਗੇ। ਨਹੀਂ, ਅਸੀਂ ਤਾਂ ਸਾਰੀ ਡਿਬੇਟ ਹੀ ਫਿਊਚਰ ਤੇ ਕਰਦੇ ਪਏ ਆ। ਉਹ ਕਹਿੰਦੇ ਜੀ ਮੇਰਾ ਪੋਲੀਟੀਕਲ ਕਰੀਅਰ ਦਾਅ ਤੇ ਲੱਗ ਗਿਆ ਜੀ, ਮੇਰਾ ਜ਼ਿੰਦਗੀ ਹੈ ਜਿਹੜੀ ਰੋਜ਼ਮਰਾ ਦੀ ਉਹ ਦਾਅ ਤੇ ਲੱਗ ਗਈ ਹੈ। ਕੌਣ ਕਹਿੰਦਾ? ਇਹ ਕਹਿੰਦੇ ਪਏ ਨਾ ਲੀਡਰ, ਹੁਣ ਚੁੱਪ ਬੈਠੇ ਆ ਜਾਂ ਕਿਤੇ ਜਾਂਦੇ ਆ ਜਾਂ ਇਹਨਾਂ ਦੇ ਸੰਗੀ ਸਾਥੀ ਆ। ਉਹ ਐਵੇਂ ਕਮਜ਼ੋਰੀ ਆ ਉਹਨਾਂ ਦੀ, ਦੈਟ ਇਜ਼ देयर ਵੀਕਨੈਸ। ਉਹ ਕਿਸੇ ਦੀ ਕਮਜ਼ੋਰੀ ਆ ਜਿਹੜੀ, ਉਹ ਲਾਈਫ ਨਹੀਂ ਹੈ। ਲਾਈਫ ਤਾਂ ਵਿਰਾਈਲ ਆ, ਲਾਈਫ ਐਕਟਿਵ ਆ, ਲਾਈਫ ਕਨਫਰੰਟੇਸ਼ਨ ਆ,
ਲਾਈਫ ਕਨਫਲਿਕਟ ਹੈਗਾ। ਜ਼ਿੰਦਗੀ ਡਿਸਾਈਲ ਨਹੀਂ ਹੈ। ਜ਼ਿੰਦਗੀ 'ਚ ਕੋਈ ਬੰਦਾ ਕਹੇ, ਮੇਰੇ ਫਾਦਰ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਹੀ ਵਾਜ਼ ਨਾਟ ਅ ਹਾਈਲੀ ਐਜੂਕੇਟਡ ਪਰਸਨ ਬਟ ਹੀ ਟੋਲਡ ਮੀ that you have to struggle in life. ਜ਼ਿੰਦਗੀ ਸਟਰਗਲ ਹੈ। ਜ਼ਿੰਦਗੀ ਉਹ ਨਹੀਂ ਹੈ ਵੀ ਕੋਈ ਮਰਦਾਰ ਬੰਦਾ ਬਣ ਗਿਆ, ਡਿਸਾਈਲ ਹੋ ਗਏ, ਤੁਸੀਂ ਲੜਦੇ ਜਾਓ, ਭਿੜਦੇ ਜਾਓ। ਮੈਨੂੰ ਇਹ ਲੱਗਦਾ ਪਿਆ ਜੇ ਪੰਥ ਦੇ ਵਿੱਚ ਕੋਈ ਕਨਫਲਿਕਟ ਹੁੰਦਾ, ਮੈਨੂੰ ਲੱਗਦਾ ਤੁਸੀਂ ਖੁਸ਼ ਹੁੰਦੇ ਹੋਗੇ ਵੀ ਮੈਂ ਤਾਂ ਹੁਣ ਕੋਈ ਹੱਲ ਨਿਕਲੂਗਾ। ਆਈ ਐਮ ਮੋਰ ਦੈਨ ਹੈਪੀ। ਕਨਫਲਿਕਟ ਕਲੈਸ਼ ਦੇ ਵਿੱਚੋਂ ਹੀ ਪੋਜ਼ਿਟਿਵਿਟੀ ਆਉਂਦੀ ਹੈ। ਤੁਸੀਂ ਦੇਖੋ ਨਾ, ਬਿਜਲੀ ਕਿੱਥੋਂ ਪੈਦਾ ਹੁੰਦੀ ਹੈ? ਕਿੱਥੋਂ ਪੈਦਾ ਹੁੰਦੀ ਹੈ? ਇੱਕ ਰਗੜ ਤੋਂ ਪੈਦਾ ਹੁੰਦੀ ਹੈ ਨਾ। ਕਲੈਸ਼ ਹੁੰਦਾ, ਕਨਫਲਿਕਟ ਹੁੰਦਾ, ਕੜਕੜ ਕਰਕੇ ਉੱਤੋਂ ਗਿਰਦੀ ਕਿ ਨਹੀਂ। ਆਹ ਦੂਜੀ ਬਿਜਲੀ ਵੀ ਇਸ ਤਰ੍ਹਾਂ ਹੀ। ਤੁਹਾਨੂੰ ਮੈਂ ਤੁਸੀਂ ਦੀਆ ਸਲਾਈ ਜਲਾਉਂਦੇ ਹੋ ਨਾ, ਦੀਆ ਸਲਾਈ ਕਦੇ ਐਂ ਚੱਲਦੀ ਹੈ? ਉਹ ਮਾਰਦੇ ਨੇ ਤੀਲੀ ਉਹਦੇ ਤੇ ਜ਼ੋਰ ਦੀ, ਕਲੈਸ਼ ਹੁੰਦਾ, ਲਾਈਟ ਆ ਜਾਂਦੀ। ਹੁਣ ਤਾਂ ਬਹੁਤੇ ਆਗੂਆਂ ਕੋਲੇ ਦੀਆ ਸਲਾਈ ਹੈ ਸਰ। ਉਹ ਮੇਰੀ ਗੱਲ ਹੀ ਨਹੀਂ ਸਮਝਦੀ। ਹੋਵੇ ਈਵਨ ਦੈਨ, ਈਵਨ ਉਹ ਤਾਂ ਚੱਕੀ ਫਿਰਦੇ ਆ, ਕਹਿੰਦੇ ਇੱਕ ਬਿਆਨ ਆਵੇ ਲਾ ਦੋ ਬਸ। KP ਜੀ ਕਿੱਡੇ ਕ੍ਰਾਈਸਿਸ ਸਿੱਖਾਂ ਦੇ ਉੱਤੇ ਆਏ। ਗੁਰੂਆਂ ਨੇ ਕਿੱਡੇ ਕ੍ਰਾਈਸਿਸ ਫੇਸ ਕੀਤੇ, ਹੱਸਦੇ ਫੇਸ ਕੀਤੇ। ਉਹਨਾਂ ਦੇ ਸਿਰ ਦੇ ਉੱਤੇ ਕੋਈ ਫੇਸ ਦੇ ਉੱਤੇ ਕੋਈ ਕਦੇ ਹਮੇਸ਼ਾ ਹੀ ਮੁਸਕਰਾਹਟ ਸੀ, ਖੁਸ਼ੀ ਸੀ। ਇਟਸ ਦੀ ਵਿਲ ਆਫ ਗॉड। ਯੂ ਐਕਸੈਪਟ ਦੀ ਵਿਲ ਆਫ ਗॉड। ਇਫ ਯੂ ਆਰ ਨਾਟ ਐਕਸੈਪਟਿੰਗ ਦੀ ਵਿਲ ਆਫ ਗॉड, ਦੈਟ ਇਜ਼ ਵਾਈ ਯੂ ਆਰ ਇਨ ਟਰਬਲ। ਸਮਝੇ ਕਿ ਨਹੀਂ? ਪਾਣੇ ਨੂੰ ਮੰਨਣਾ, ਪਾਣਾ ਮੰਨਣਾ ਨਾ, ਪਾਣੇ ਨੂੰ ਮੰਨ ਲਓ ਕਿ ਠੀਕ ਆ, ਇਟਸ ਅ ਪਾਰਟ ਆਫ ਲਾਈਫ। ਜੇ ਤੁਸੀਂ ਪਾਣਾ ਨਹੀਂ ਮੰਨਦੇ, ਫਿਰ ਤੁਸੀਂ ਕ੍ਰਾਈਸਿਸ 'ਚ, ਫਿਰ ਤੁਸੀਂ ਦੁੱਖ 'ਚ। ਪਾਣਾ ਮੰਨੋ, ਗੁਰੂ ਦਾ ਇਹ ਉਦੇਸ਼ ਹੈ। ਗੁਰੂ ਨੇ ਪਾਣਾ ਮੰਨਿਆ, ਗੁਰੂ ਨੇ ਪਾਣੇ ਨੂੰ ਰਿਜੈਕਟ ਨਹੀਂ ਕੀਤਾ। ਸਮਝੇ ਨਾ? ਰੱਬ ਦੀ ਰਜ਼ਾ 'ਚ ਰਹਿਣਾ, ਰੱਬ ਦੀ ਰਜ਼ਾ 'ਚ ਰਹੋ। ਰੱਬ ਦੀ ਰਜ਼ਾ ਕੋਈ ਇਹੀ ਥੋੜਾ ਸਮੂਥ ਸੇਲਿੰਗ ਥੋੜਾ ਹੈ। ਰੱਬ ਦੀ ਰਜ਼ਾ ਦੇ ਵਿੱਚ ਉਤਾਰ ਚੜਾਅ, ਕ੍ਰਾਈਸਿਸ, ਕਨਫਲਿਕਟਸ ਕਿੰਨੇ ਆਉਂਦੇ ਆ, ਕਿੰਨੀਆਂ ਚੀਜ਼ਾਂ ਆਉਂਦੀਆਂ। ਫੇਸ ਇਹ ਵੀ ਰੱਬ ਦੀ ਰਜ਼ਾ ਕਿ ਅੱਜ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੈਂ ਕੌਣ ਆ ਸਜ਼ਾ ਦੇਣ ਵਾਲਾ? ਆਮ ਨੋਬਡੀ। ਇਹ ਤਾਂ ਜੋ ਉਹਨਾਂ ਦੀ, ਜਿਸ ਤਰ੍ਹਾਂ ਦਾ ਉਹਨਾਂ ਦਾ ਕਿਰਦਾਰ ਆ, ਜਿਸ ਤਰ੍ਹਾਂ ਦਾ ਉਹਨੇ ਕੀਤੇ ਆ, ਉਹ ਉਹਨਾਂ ਨੂੰ ਆਪੇ ਸਜ਼ਾ ਦੇਊਗਾ ਰੱਬ। ਪਰ ਹੁਣ ਤਾਂ ਸਰ ਕਿਰਦਾਰ ਤੇ ਸਵਾਲ ਤਾਂ ਉੱਠਦੇ ਪਏ, ਕਿਰਦਾਰ ਕੁਸ਼ੀ ਹੋ ਰਹੀ ਹੈ ਸਰ। ਹਾਂਜੀ, ਹੁਣ ਤਾਂ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ। ਨਹੀਂ, ਉਹ ਕਿਰਦਾਰ ਕੁਸ਼ੀ ਜੇ ਕਰਨਗੇ, ਦੇ ਵਿਲ ਸਫਰ ਫॉर ਦੈਮਸੈਲਵਸ, ਫॉर देयर ਓਨ ਐਕਟਸ ਐਂਡ ਔਨ देयर ਓਨ ਐਟੀਟਿਊਡ। ਕਿਰਦਾਰ ਕੁਸ਼ੀ ਕਿਸੇ ਦੀ ਕਰਨੀ ਨਹੀਂ ਚਾਹੀਦੀ। ਚਲੋ ਮੈਂ ਇੱਕ ਤੁਹਾਡੇ ਕੋਲ ਸਵਾਲ ਰੱਖਦਾ। ਤੁਸੀਂ ਬੜੇ ਪੋਜ਼ਿਟਿਵ એનર્ਜੀ ਨਾਲ ਆਏ ਹੋ। ਤੁਸੀਂ ਮੰਨ ਕੇ ਚੱਲੋ ਕਿ ਤੁਹਾਡੇ ਸਾਹਮਣੇ ਮੈਂ ਨਹੀਂ ਬੈਠਾ ਗਾ, ਅਕਾਲੀ ਦਲ ਦੇ ਉਹ ਸਾਰੇ ਆਗੂ ਬੈਠੇ ਆ, ਚਾਹੇ ਉਹ ਮਾਨ ਨਾਲ ਸੰਬੰਧਿਤ ਹੈ, ਚਾਹੇ ਉਹ ਕਿਸੇ ਨਾਲ ਸੰਬੰਧਿਤ ਹੈ, ਅਕਾਲੀ ਜਿਹੜੇ ਆਪਦੇ ਆਪ ਨੂੰ ਕਹਾਉਂਦੇ, ਉਹਨਾਂ ਨੂੰ ਜੇ ਤੁਹਾਨੂੰ ਕਿਹਾ ਜਾਵੇ ਕਿ ਤੁਸੀਂ ਇਹਨਾਂ ਨੂੰ ਪੋਜ਼ਿਟਿਵ ਕੋਈ ਮੰਤਰ ਦਿਓ ਜਾਂ ਪੋਜ਼ਿਟਿਵ ਕੋਈ ਸੁਨੇਹਾ ਦਿਓ ਜਾਂ ਪੋਜ਼ਿਟਿਵ એનર્ਜੀ ਵਾਲੀ ਕੋਈ ਕੋਟ ਦਿਓ, ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਹੂੰਗਾ ਸਬਮਿਟ ਟੂ ਦੀ ਵਿਲ ਆਫ ਗੁਰੂ। ਸਬਮਿਟ ਯੋਰਸੈਲਫ ਬਿਫੋਰ ਦੀ ਵਿਲ ਆਫ ਗੁਰੂ। ਉਹਨੂੰ ਸਬਮਿਟ ਕਰੋ, ਦੇਖੋ ਕੈਸਾ ਸਵਾਦ ਆਉਂਦਾ ਤੁਹਾਨੂੰ। ਗੁਰੂਆਂ ਦੇ ਕੋਟ ਦੇਖੋ, ਗੁਰੂ ਅਰਜਨ ਦੇਵ ਮਹਾਰਾਜ ਦਾ ਆਪਣਾ ਸਕਾ ਭਰਾ ਕਿੰਨੇ ਕ੍ਰਾਈਸਿਸ ਕ੍ਰੀਏਟ ਕੀਤੇ। ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਸੱਪ ਸਿੱਟਿਆ ਵੀ ਸੱਪ ਲੜ ਜੂਗਾ, ਮਰ ਜੂਗਾ। ਕ੍ਰਾਈਸਿਸ ਕਿੱਥੇ ਨਹੀਂ ਆਏ, ਕਿੱਥੇ ਨਹੀਂ ਆਏ। ਕਿੰਨੇ ਵੱਡੇ ਵੱਡੇ ਕ੍ਰਾਈਸਿਸ ਆਏ ਆ, ਗੁਰੂਆਂ ਨੇ ਫੇਸ ਕੀਤੇ ਆਪਣੇ ਫੈਮਿਲੀਆਂ ਵਿੱਚੋਂ, ਨਾਟ ਫਰੋਮ ਆਊਟਸਾਈਡ, ਫਰੋਮ ਵਿਦਨ ਦੇਅਰ ਓਨ ਫੈਮਿਲੀਜ਼। ਸਮਝੇ ਕਿ ਨਹੀਂ? ਤੋ ਇਸ ਕਰਕੇ ਸਾਰੀ ਦੁਨੀਆ ਦੇ ਵਿੱਚ ਇਹ ਕੰਮ ਚੱਲਦਾ ਆ ਰਿਹਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਗੁਰੂ ਹਰਗੋਬਿੰਦ ਮਹਾਰਾਜ ਨੇ ਆਪਣੇ ਪੋਤੇ ਨੂੰ ਨਹੀਂ ਕੱਢਿਆ, ਧੀਰਮਲ ਨੂੰ। ਧੀਰਮਲ ਦੀਆਂ ਆਉਣ ਵਾਲੀਆਂ ਜਿਨਸਾਂ ਪੰਥ ਵਿੱਚੋਂ ਛੇਕ ਦਿੱਤੀਆਂ। ਕਿਉਂ ਛੇਕ ਦਿੱਤੀਆਂ? ਕਿਉਂਕਿ ਉਹਨਾਂ ਨੇ ਬੀੜ ਮੰਗੀ, ਬੀੜ ਉਹਨੇ ਦਿੱਤੀ ਨਹੀਂ। ਬੀੜ ਸੀ ਧੀਰਮਲ ਦੇ ਕੋਲ, ਉਹਨਾਂ ਦਾ ਪੋਤਾ ਕਰਤਾਰਪੁਰ ਦੇ ਜਿਹੜੇ ਸੋਢੀ ਸੀਗੇ। ਤਾਂ ਉਹਨਾਂ ਨੇ ਮਹਾਰਾਜ ਨੇ ਪਤਾ ਕੀ ਕਿਹਾ ਕਿ ਜਿਹੜੀ ਇਹ ਬੀੜ ਆ, ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅਸੀਂ ਕਹਿੰਦੇ, ਇਹ ਬੀੜ ਮਾਨਵਤਾ ਦੀ ਵਿਰਾਸਤ ਆ, ਤੇਰੀ ਇਕੱਲੇ ਦੀ ਨਹੀਂ, ਕਿਸੇ ਇੰਡੀਵਿਜੂਅਲ ਦੀ ਨਹੀਂ, ਕਿਸੇ ਪਰਿਵਾਰ ਦੀ ਨਹੀਂ, ਕਿਸੇ ਕੌਮ ਦੀ ਨਹੀਂ, ਇਹ ਮਾਨਵਤਾ ਦੀ ਵਿਰਾਸਤ। ਕਿੱਡੀ ਵੱਡੀ ਗੱਲ ਕਹੀ ਮਹਾਰਾਜ। ਔਰ ਆਪਣਾ ਪੋਤਾ, ਗ੍ਰੈਂਡਸਨ, ਰੀਅਲ ਗ੍ਰੈਂਡਸਨ ਚੱਲ ਬਾਹਰ, ਔਰ ਅੱਜ ਤੱਕ ਉਹ ਬਾਹਰ ਆ। ਗੁਰੂ ਹਰਰਾਏ ਸਾਹਿਬ ਨੇ ਆਪਣਾ ਬੇਟਾ ਰਾਮ ਰਾਏ ਇੱਕ ਸ਼ਬਦ ਬਦਲਣ ਤੋਂ, ਕਿਉਂ? ਕਿਉਂਕਿ ਇਲਾਹੀ ਬਾਣੀ ਹੈ, ਇਸੇ ਰਿਵੀਲਡ ਵਰਡ, ਰੈਵੀਲੇਸ਼ਨ ਹੋਈ ਹੈ ਗੁਰੂ ਨੂੰ, ਰੱਬ ਦਾ ਇਲਹਾਮ ਹੋਇਆ, ਰੱਬ ਦਾ ਮੈਸੇਜ ਆਇਆ ਕਿ ਤੇ ਆਹ ਚੀਜ਼ ਹੈ। तो एक छोटी चीज़ नहीं है, इट्स ए वेरी ग्रेट
you know, grandeur which has happened in the history of mankind. ਇਹ ਛੋਟੀ ਗੱਲ ਥੋੜ੍ਹਾ। ਮਹਾਰਾਜ ਹਰ ਰਾਏ ਸਾਹਿਬ ਰਾਮ ਰਾਏ ਵੱਡਾ ਬੇਟਾ ਸੀ ਉਹਨਾਂ ਦਾ, ਉਹਨੂੰ ਬਹੁਤ ਪਿਆਰ ਕਰਦੇ ਸੀ। ਔਰ ਬਹੁਤ ਇਤਿਹਾਸਕਾਰ ਇਹ ਮੰਨਦੇ ਆ ਵੀ ਮਹਾਰਾਜ ਨੇ ਆਪਣਾ ਜਾਨਸ਼ੀਨ ਉਹਨਾਂ ਨੂੰ ਅਪਾਇੰਟ ਕਰਨਾ ਸੀ, ਲੇਕਿਨ ਹੋਇਆ ਕਿ ਇੱਕ ਸ਼ਬਦ, ਇੱਕ ਲਫ਼ਜ਼, ਸ਼ਬਦ ਨਹੀਂ, ਇੱਕ ਲਫ਼ਜ਼ ਬਦਲ ਦਿੱਤਾ ਬਾਣੀ 'ਚੋਂ, ਔਰ ਹਲੇ ਉਹ ਵਾਪਸ ਨਹੀਂ ਪਹੁੰਚਿਆ ਹਰ ਰਾਏ। ਗੁਰੂ ਮਹਾਰਾਜ ਨੇ ਉਸ ਨੂੰ ਤੇ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਥ 'ਚੋਂ ਛੇਕ ਦਿੱਤਾ। ਕਿੱਡੀ ਵੱਡੀ ਪਨਿਸ਼ਮੈਂਟ। ਔਰ ਕਿਸ ਨੂੰ? ਆਪਣਾ ਸਭ ਤੋਂ ਲਾਡਲਾ ਜਿਹੜਾ ਬੇਟਾ ਸੀ। ਔਰ ਉਹਨੂੰ ਸਾਰੇ ਇਤਿਹਾਸਕਾਰ ਮੰਨਦੇ ਆ ਵੀ ਸ਼ਾਇਦ ਮਹਾਰਾਜ ਉਹਨੂੰ ਆਪਣਾ ਸਕਸੈਸਰ ਬਣਾ ਦਿੰਦੇ। ਕਿੱਡੀ ਵੱਡੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ। ਇਹ ਰਿਵੀਲਡ ਵਰਡ ਹੈ, ਰੈਵੀਲੇਸ਼ਨ ਹੈ, ਇਲਾਹਾਈ ਬਾਣੀ ਹੈ, ਉੱਤਰੋਂ ਉੱਤਰੀ ਵੀ ਬਾਣੀ ਹੈ। ਇਸ ਦੇ 'ਚ ਬਦਲਣ ਦਾ ਬੰਦਾ ਕੀ ਬਦਲ ਸਕਦਾ ਇਸ ਨੂੰ? ਹਿਊਮਨ ਬੀਇੰਗ ਦੇ ਸਕੋਪ 'ਚ ਨਹੀਂ ਹੈ। ਹਿਊਮਨ ਬੀਇੰਗ ਇਹਨੂੰ ਸਮਝ ਹੀ ਨਹੀਂ ਸਕਦਾ। ਉਹਨੂੰ ਸਮਝਣਾ ਸਿਰਫ ਇੱਕ ਹੈ, ਸਬਮਿਟ ਯੋਰਸੈਲਫ ਟੂ ਦੀ ਵਿਲ ਆਫ ਗੋਡ। ਚਲੋ ਅੱਜ ਮੈਨੂੰ ਲੱਗਦਾ ਤੁਸੀਂ ਬਹੁਤ ਸ਼ੰਕੇ ਦੂਰ ਕਰ ਰਹੇ ਹੋ। ਸ਼ੰਕਾ ਹੈ ਹੀ ਕੋਈ ਨਹੀਂ, ਸ਼ੰਕਾ ਹੈ ਹੀ ਕੋਈ ਨਹੀਂ। ਸ਼ੰਕਾ ਦੂਰ ਤਾਂ ਕਰੀਏ ਜੇ ਸ਼ੰਕਾ ਹੋਵੇ। ਚਲ ਇੱਕ ਹੋਰ ਛੋਟਾ ਜਿਹਾ ਹੋਰ ਬਕਵਾ ਲੈ ਲਓ। ਕਦੇ ਸ਼ੰਕੇ ਨਹੀਂ ਹੈਗੇ। ਸ਼ੰਕੇ ਕਦੇ। ਚਲੋ ਵਾਪਸ ਆ ਰਹੇ। ਮੁੜ ਤੋਂ ਤੁਹਾਡਾ ਸਵਾਗਤ ਹੈ। ਪ੍ਰੋਫੈਸਰ ਢਿੱਲੋਂ, ਸ਼ੰਕਾ ਵੀ ਨਹੀਂ ਹੈਗਾ, ਸ਼ੰਕਾ ਹੋ ਹੀ ਨਹੀਂ ਸਕਦਾ, ਸੰਕਟ ਵੀ ਨਹੀਂ ਹੈਗਾ, ਸੰਕਟ ਵੀ ਨਹੀਂ ਹੈ, ਫਿਰ ਹੈ ਕੀ ਹੈ ਸਰ? ਕੁਝ ਵੀ ਨਹੀਂ ਹੈ। ਐਵੇਂ ਉਸ ਤਰ੍ਹਾਂ ਜਿਵੇਂ ਬੱਚੇ ਆ ਮੇਰੇ ਗ੍ਰੈਂਡਸਨ, ਉਹ ਰਾਤ ਨੂੰ ਕਹਿੰਦਾ ਨਾਨਾ ਜੀ ਇੱਥੇ ਭੂਤ ਆਉਂਦਾ। ਮੈਂ ਕਿਹਾ ਭੂਤ ਤੂੰ ਦੇਖਿਆ? ਕਦੇ ਨਹੀਂ। ਫਿਰ ਆਉਂਦਾ ਕੀ ਹੈ? ਬੱਚਿਆਂ ਨੂੰ ਡਰਾਉਂਦੇ ਨਹੀਂ। ਔਰ ਆਪਸ ਬੱਚੇ ਇੱਕ ਦੂਜੇ ਨਾਲ ਗੱਲ ਕਰਦੇ ਆ, ਡੈਣ ਆ ਗਈ, ਭੂਤ, ਉਹਦੇ ਐਡੇ ਐਡੇ ਦੰਦ ਆ, ਐਡੇ ਐਡੇ ਲਹੂ, ਸਮਝੇ ਕਿ ਨਹੀਂ? ਇਸ ਤਰ੍ਹਾਂ ਇਮੈਜਨਰੀ ਫੀਅਰਸ ਕ੍ਰੀਏਟ ਕੀਤੇ ਆਦਮੀ ਨੇ ਤਾਂ ਕਿ ਲੋਕਾਂ ਨੂੰ ਕੰਟਰੋਲ ਕੀਤਾ ਜਾ ਸਕੇ। ਕੋਈ ਫੀਅਰ ਨਹੀਂ ਹੈ, ਕੋਈ ਡਰ ਹੈ ਹੀ ਨਹੀਂ। ਡਰ ਕਿਸ ਚੀਜ਼ ਦਾ? ਸਮਝੇ ਕਿ ਨਹੀਂ? ਡਰ ਕ੍ਰੀਏਟ ਕੀਤਾ ਜਾਂਦਾ। ਸਟੇਟ ਡਰ ਨਹੀਂ, ਕਾਨੂੰਨ ਦਾ ਡਰ ਨਹੀਂ। ਕਾਨੂੰਨ ਕਿਸ ਨੇ ਦੇਖਿਆ? ਤੁਸੀਂ ਦੇਖਿਆ ਕਾਨੂੰਨ? ਦੇਖਿਆ ਕਾਨੂੰਨ, ਪਰ ਡਰ ਤਾਂ ਲੱਗਦਾ ਨਾ ਕਾਨੂੰਨ ਤੋਂ। ਕਾਨੂੰਨ ਦਾ ਡਰ ਤਾਂ ਹੈ, ਤੁਹਾਡੇ 'ਚ ਪੈ ਤਾਂ ਹੈ ਨਾ। ਸਮਝੇ ਕਿ ਨਹੀਂ? ਸਟੇਟ ਕਿਸੇ ਨੇ ਦੇਖੀ ਹੈ? ਦੇਖੀ ਤਾਂ ਨਹੀਂ ਨਾ ਸਟੇਟ, ਪਰ ਸਟੇਟ ਦਾ ਡਰ ਤਾਂ ਹੈ ਨਾ। ਸਮਝੇ ਕਿ ਨਹੀਂ? ਤਾਂ ਮੇਰਾ ਮਤਲਬ ਸਰਕਾਰਾਂ ਵੀ ਡਰ ਕ੍ਰੀਏਟ ਕਰਦੀਆਂ, ਐਸਟੈਬਲਿਸ਼ਮੈਂਟ ਸਾਰੀਆਂ ਡਰ ਕ੍ਰੀਏਟ ਕਰਦੀਆਂ। ਡਰ ਹੁੰਦਾ ਕੋਈ। ਹੁਣ ਮੈਂ ਸਿੱਧਾ ਸਵਾਲ ਕਰ ਲਾਂ, ਕੌਮ ਨੂੰ ਡਰਾਇਆ ਜਾ ਰਿਹਾ? ਬਿਲਕੁਲ ਨਹੀਂ। ਕੌਮ ਤਾਂ ਜਿਹੜੀ ਸਿੱਖ ਕੌਮ ਆ ਉਹ ਤਾਂ ਡਰ 'ਚ ਪੈਦਾ ਹੀ ਨਹੀਂ ਹੋਈ। ਉਹ ਤਾਂ ਸਿੱਖ ਹੀ ਨਹੀਂ ਜਿਹੜਾ ਡਰ ਗਿਆ, ਤੇ ਉਹ ਸਿੱਖ ਹੀ ਨਹੀਂ। ਸਿੱਖ ਡਰ ਤੋਂ, ਭੈ ਤੋਂ ਬਿਲਕੁਲ ਦੂਰ ਆ, ਨਿਰਭੈ ਆ, ਨਿਰਭੈ, ਨਿਰਵਾਇਰ। ਨਾ ਕਿਸੇ ਦਾ ਭੈ ਆ, ਨਾ ਕਿਸੇ ਨਾਲ ਵੈਰ ਆ। ਕਿੰਨੀ ਵੱਡੀ ਗੱਲ ਆ। ਉਹ ਤਾਂ ਮਹਾਰਾਜ ਨੇ ਤੁਸੀਂ ਦੇਖ ਲਓ ਵੀ ਪਹਿਲੀ ਪੌੜੀ 'ਚ ਹੀ ਕਹਿਤਾ, ਨਿਰਭੈ ਕੋਈ ਨਹੀਂ, ਮੈਨੂੰ ਕੋਈ ਡਰ ਨਹੀਂ। ਗੁਰੂ ਕਹਿ ਰਿਹਾ ਮੈਨੂੰ ਕੋਈ ਡਰ ਨਹੀਂ। ਤੇ ਹੁਣ ਤਾਂ ਇਲਜ਼ਾਮ ਧਮਕੀਆਂ ਨੇ ਲੱਗਦੇ ਪਏ ਸਰ, ਵੀ ਧਮਕੀ ਮਿਲ ਰਹੀ ਹੈ। ਉਹ ਫਿਰ ਜਿਹੜਾ ਧਮਕੀ ਦੇਣ ਵਾਲਾ ਉਹ ਵੀ ਗੁਰੂ ਤੋਂ ਦੂਰ ਆ, ਜਿਹੜਾ ਧਮਕੀ ਐਕਸੈਪਟ ਕਰ ਰਿਹਾ ਉਹ ਵੀ ਗੁਰੂ ਤੋਂ ਦੂਰ ਆ। ਗੁਰੂ ਤਾਂ ਕਹਿ ਰਿਹਾ ਸਿੱਖ ਨੂੰ ਤਾਂ ਨਿਰਭੈ ਹੋਣ ਦੀ ਲੋੜ ਆ, ਕਿਸੇ ਗੱਲ ਦਾ ਡਰ ਨਹੀਂ। ਨਾ ਬਾਬਰ ਦਾ ਡਰ ਆ, ਨਾ ਇੰਡੀਅਨ ਸਟੇਟ ਦਾ ਡਰ ਆ, ਨਾ ਮੋਦੀ ਸਾਹਿਬ ਦਾ ਡਰ ਆ। ਸਿੱਖ ਨੂੰ ਕੋਈ ਡਰ ਨਹੀਂ। ਜਿਹੜਾ ਸਿੱਖ ਹੈ, ਜਿਹੜਾ ਗੈਰ ਸਿੱਖ ਆ ਉਹ ਡਰਪੋਕ ਆ। ਤੁਹਾਨੂੰ ਆਪ ਪੜ੍ਹ ਲਓ ਬਾਣੀ, ਜਪਜੀ ਸਾਹਿਬ 'ਚ ਨਿਰਭਉ ਨਿਰਭੈ ਦੀ ਗੱਲ ਕਹੀ। ਕਿੱਡੀ ਵੱਡੀ ਗੱਲ ਕਹੀ। ਗੁਰੂ ਡਰਦਾ ਥੋੜ੍ਹਾ ਸੀ। ਐਡੀ ਟਰੈਵਲ ਕੀਤਾ ਜੰਗਲਾਂ ਦੇ ਵਿੱਚ, ਸ਼ੇਰਾਂ ਬਘਿਆੜਾਂ, ਕਿੱਡੇ ਕਿੱਡੇ ਮਤਲਬ ਲੋਕ ਖਤਰਨਾਕ, ਡਾਕੂ, ਚੋਰ, ਲੁਟੇਰੇ। ਡਰਿਆ ਥੋੜ੍ਹਾ ਗੁਰੂ। ਡਰਦਾ ਤਾਂ ਨਾ। ਹੁਣ ਬੰਦਾ ਕਹਿੰਦਾ ਵੀ ਮੈਨੂੰ ਜੀ ਮੇਰੀ ਪ੍ਰੋਪਰਟੀ ਨਾ ਖੋਈ ਜਾਏ, ਮੇਰੇ ਪੈਸੇ ਨਾ ਖੋਈ ਜਾਣ, ਮੇਰਾ ਰੁਮਾਲ ਨਾ ਖੋਇਆ ਜਾਏ, ਮੇਰੀ ਜੈਕਟ ਨਾ ਕੋਈ ਖੋ ਕੇ ਲੈ ਜਾਏ। ਡਰ ਹੀ ਹੈ, ਖੋਣੀ ਕਿਸੇ ਨੇ ਨਹੀਂ। ਸਮਝੇ ਕਿ ਨਹੀਂ? ਤਾਂ ਡਰ ਮੈਨ ਕ੍ਰੀਏਟਿਡ ਹੈ। ਗॉड ਨੇ, ਪਰਮਾਤਮਾ ਨੇ ਆਦਮੀ ਨੂੰ ਨਿਰਭੈ ਪੈਦਾ ਕੀਤਾ। ਤਾਂ ਇਸ ਕਰਕੇ ਕਿਸੇ ਕਿਸਮ ਦਾ ਕੋਈ ਡਰ ਨਹੀਂ, ਕੋਈ ਕ੍ਰਾਈਸਿਸ ਹੈ ਹੀ ਨਹੀਂ, ਕੋਈ ਕ੍ਰਾਈਸਿਸ ਨਹੀਂ। ਸਿੱਖ ਇਹ ਜੋ ਥੋੜ੍ਹੀ ਬਹੁਤੀ ਟਰਬਲ ਹੈ ਇਸ ਤੋਂ ਮਰਜ ਕਰਨਗੇ, ਦੇ ਵਿਲ ਮਰਜ ਸਟਰੋਂਗਰ। ਔਰ ਹੋਇਆ ਇਹ ਸਾਰੇ ਇਤਿਹਾਸ 'ਚ ਹੋਇਆ ਨਹੀਂ, ਹੋਇਆ ਹੀ ਹੈ ਨਾ।
ਤੇ ਫਿਰ ਜੇ ਤੁਸੀਂ ਕਹਿੰਦੇ ਹੋ ਵੀ ਜੇ ਲੀਡਰਸ਼ਿਪ ਕ੍ਰਾਈਸਿਸ ਹੈਗਾ ਤਾਂ ਪੋਲੀਟੀਕਲ ਕ੍ਰਾਈਸਿਸ ਹੈ। ਹਾਂ ਪੋਲੀਟੀਕਲ ਤੇ ਮੈਨੂੰ ਸਰ ਇਹ ਤਾਂ ਦੱਸ ਦਿਓ ਨਾ ਵੀ ਕਿਹੋ ਜੀ ਲੀਡਰਸ਼ਿਪ ਹੋਣੀ ਚਾਹੀਦੀ। ਮੈਂ ਕੋਈ ਚਿਹਰਾ ਨਹੀਂ ਪੁੱਛ ਰਿਹਾ, ਮੈਂ ਕੋਈ ਨਾਮ ਨਹੀਂ ਪੁੱਛ ਰਿਹਾ, ਨਾ ਤੁਸੀਂ ਜੋਸ਼ੀ ਹੈਗੇ ਹੋ ਸਰ, ਮੈਂ ਤੁਹਾਨੂੰ ਪੁੱਛ ਨਾ ਮੈਂ ਕਹੂੰ ਕੌਣ ਆ ਦੱਸਣਾ। ਕਿਹੋ ਜੀ ਲੀਡਰਸ਼ਿਪ ਹੋਣੀ ਚਾਹੀਦੀ, ਉਹਦੀ ਵਿਚਾਰਧਾਰਾ ਕਿਹੋ ਜਿਹੀ ਹੋਣੀ ਚਾਹੀਦੀ ਆ। ਸਮਰਪਿਤ ਹੋਵੇ ਪੰਥ ਨੂੰ, ਗੁਰੂ ਨੂੰ, ਗਰੀਬ ਜਿਹੜਾ ਵਿਚਾਰ ਜਿਹੜਾ ਨਿਉਟਿਆਂ ਦੀ ਓਟ ਨਿਆਸਰਾ। ਅਸੀਂ ਅਰਦਾਸ ਕੀ ਕਰਦੇ ਹਾਂ? ਅਸੀਂ ਇਹੀ ਅਰਦਾਸ ਕਰਦੇ ਹਾਂ ਨਾ ਰੋਜ਼, ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ। ਕੌਣ ਆ ਨਿਉਟਿਆਂ ਦੀ ਓਟ? ਸਿੱਖ ਆ। ਸਿੱਖ ਨੂੰ ਕਿਹਾ ਜਾਂਦਾ, ਖਾਲਸੇ ਨੂੰ ਕਿਹਾ ਜਾਂਦਾ ਤੂੰ ਨਿਉਟਿਆਂ ਦੀ ਓਟ। ਨਿਉਟਾ ਕੌਣ ਆ ਇਹ ਤਾਂ ਨਹੀਂ ਡਿਫਾਈਨ ਕੀਤਾ ਹੋਵੇ। ਸਿੱਖੀ ਨਿਉਟਾ, ਸਿੱਖੀ ਨਿਆਸਰਾ ਕੋਈ ਵੀ ਹੋ ਸਕਦਾ, ਹਿੰਦੂ ਵੀ ਹੋ ਸਕਦਾ, ਮੁਸਲਮਾਨ ਵੀ ਹੋ ਸਕਦਾ, ਈਸਾਈ ਵੀ ਹੋ ਸਕਦਾ, ਸਿੱਖ ਵੀ ਹੋ ਸਕਦਾ। ਸੁਪਰੀਮ ਕੋਰਟ ਦਾ ਇੱਕ ਫੈਸਲਾ ਗੁਰਦੁਆਰੇ ਬਾਰੇ, ਬੜੀ ਕਮਾਲ ਦਾ ਫੈਸਲਾ। ਇੱਕ ਤੁਹਾਨੂੰ ਦੱਸਿਆ ਨਾ, ਇੱਕ ਹੋਰ ਫੈਸਲਾ ਵੀ ਗੁਰਦੁਆਰੇ ਨੂੰ ਡਿਫਾਈਨ ਕੀਤਾ ਵੀ ਗੁਰਦੁਆਰਾ ਚੀਜ਼ ਕੀ ਹੈ। ਤਾਂ ਉਹ ਵੀ ਹਿੰਦੂ ਜੱਜ ਦੀ ਕਮਾਲ ਦੀ ਜੱਜਮੈਂਟ ਹੈ। ਉਸ ਦੇ ਵਿੱਚ ਇੱਕ ਕੋਈ ਡੇਰਾ, ਉਹ ਵੀ ਫਰੀਦਕੋਟ ਸਟੇਟ ਜੈਤੋ ਦੇ ਕੋਲ ਦੇ ਇੱਕ ਡੇਰਾ ਸੀ ਪਿੰਡ ਦੇ ਵਿੱਚ। ਉੱਥੇ ਡੇਰੇਦਾਰ ਹੁੰਦੇ ਜਿਵੇਂ, ਤੇ ਉਹਦੇ ਵਿੱਚ ਜਿਹੜੇ ਪਿੰਡ ਦੇ ਲੋਕ ਸੀ ਕਹਿੰਦੇ ਗੁਰਦੁਆਰਾ, ਉਹ ਕਹਿੰਦਾ ਨਹੀਂ ਡੇਰਾ। ਤਾਂ ਫਿਰ ਉਸ ਨੂੰ ਲੜਾਈ ਚੱਲਦੀ ਇੰਡੀਅਨ ਸੁਪਰੀਮ ਕੋਰਟ ਕੋਲ ਪਹੁੰਚ ਗਈ। ਸਿੰਗਲ ਜੱਜ ਦਾ ਫੈਸਲਾ। ਉਹ ਕਹਿੰਦਾ ਵੀ ਜਿਹੜਾ ਬ੍ਰਿਕ ਐਂਡ ਮਾਰਟਰ ਹੈ ਨਾ, ਉਹ ਗੁਰਦੁਆਰਾ ਨਹੀਂ ਹੈ, ਬਿਲਡਿੰਗ ਗੁਰਦੁਆਰਾ ਨਹੀਂ ਹੈ। ਜਿੰਨੀ ਦੇਰ ਤੱਕ ਉਸ ਬਿਲਡਿੰਗ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਨਹੀਂ ਹੁੰਦੇ, ਗੁਰਦੁਆਰਾ ਨਹੀਂ ਬਣ ਸਕਦਾ। ਬਿਲਡਿੰਗ ਥੋੜ੍ਹਾ ਗੁਰਦੁਆਰਾ ਹੈਗੀ। ਬਿਲਡਿੰਗ ਤਾਂ ਗੁਰਦੁਆਰੇ ਦੀ ਸੈਂਕਟਿਟੀ ਜਾਂ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿੱਥੇ ਗੁਰੂ ਗ੍ਰੰਥ ਸਾਹਿਬ ਪਿਆ ਉਹ ਗੁਰੂ ਦਾ ਦਰਬਾਰ ਹੈ। ਫਿਰ ਸੁਣੋ, ਹਲੇ ਵੀ ਥੋੜੀ ਜਿਹੀ ਕਸਰ ਆ। ਕਹਿੰਦਾ ਨਿਸ਼ਾਨ ਸਾਹਿਬ ਵੀ ਚਾਹੀਦਾ ਉੱਥੇ। ਕਿਉਂ? ਕਿਉਂਕਿ ਨਿਉਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਦੂਰੋਂ ਦਿਖ ਰਿਹਾ। ਆਹ ਜਗ੍ਹਾ ਜਿੱਥੇ ਮੈਨੂੰ ਭੋਜਨ ਮਿਲੇਗਾ, ਜਿੱਥੇ ਮੈਨੂੰ ਸ਼ੈਲਟਰ ਮਿਲੇਗੀ, ਜਿੱਥੇ ਮੈਨੂੰ ਪਨਾਹ ਮਿਲੇਗੀ, ਜਿੱਥੇ ਮੈਨੂੰ ਆਰਾਮ ਮਿਲੇਗਾ, ਨਿਸ਼ਾਨ ਸਾਹਿਬ ਉਹ 2 ਮੀਲ ਤੋਂ 3 ਮੀਲ 4 ਮੀਲ ਤੋਂ ਦਿਖ ਰਿਹਾ। ਉੱਥੇ ਜਾਵਾਂ, ਹੋਰ ਜਗ੍ਹਾ ਕੋਈ ਨਹੀਂ। ਜਿਹੜਾ ਨਿਉਟਿਆ ਨਿਆਸਰਾ ਮਤਲਬ ਥੱਕਿਆ ਟੁੱਟਿਆ ਭੁੱਖਾ ਨੰਗਾ, ਉੱਥੇ ਜਾਊਗਾ। ਕਿੰਨੀ ਵੱਡੀ ਗੱਲ ਹੈ। ਮੈਨੂੰ ਲੱਗਦਾ ਇਸ ਤੋਂ ਬਾਅਦ ਮੈਂ ਕੋਈ ਸਵਾਲ ਨਹੀਂ ਪੁੱਛਣਾ ਚਾਹੁੰਦਾ। ਮੇਰੇ ਕੋਲ ਜਿੰਨੇ ਮਰਜ਼ੀ ਸਵਾਲ ਪੁੱਛ, ਮੈਂ ਕਹਿੰਦਾ ਖਤਮ ਕਰ ਦੀ ਗੱਲਬਾਤ। ਤੁਹਾਡੀ ਮਰਜ਼ੀ ਹੈ, ਅਪ ਟੂ ਯੂ। ਬਹੁਤ ਧੰਨਵਾਦ ਸਰ। ਥੈਂਕ ਯੂ। ਇਹ ਸਨ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਜਿਨ੍ਹਾਂ ਨੇ ਪੋਜ਼ਿਟਿਵਿਟੀ ਦੀ ਇਹੋ ਜਿਹੀ ਚਰਚਾ ਛੇੜੀ ਹੈ। ਜਦੋਂ ਸਵਾਲ ਬਹੁਤ ਸਾਰੇ ਹੋਣ ਤੇ ਉਹਨਾਂ ਸਵਾਲਾਂ ਦੇ ਜਵਾਬ ਇਸ ਪੋਜ਼ਿਟਿਵ એનર્ਜੀ ਵਿੱਚ ਮਿਲਦੇ ਹੋਣ ਤਾਂ ਸ਼ਾਇਦ ਸਵਾਲ ਹੋਰ ਨਹੀਂ ਪੁੱਛਣੇ ਚਾਹੀਦੇ। ਤੇ ਜਦੋਂ ਇਹਨਾਂ ਨੇ ਗੱਲ ਕਹੀ ਹੈ ਕਿ ਕ੍ਰਾਈਸਿਸ ਵਿੱਚੋਂ ਸਰਵਾਈਵਲ ਨਜ਼ਰ ਆਉਂਦਾ, ਰੋਸ਼ਨੀ ਨਜ਼ਰ ਆਉਂਦੀ ਹੈ, ਤੇ ਉਸ ਰੋਸ਼ਨੀ ਨੂੰ ਸਾਨੂੰ ਦੇਖਣਾ ਚਾਹੀਦਾ ਹੈ, ਉਸ ਨਿਸ਼ਾਨ ਸਾਹਿਬ ਨੂੰ ਸਾਨੂੰ ਦੇਖਣਾ ਚਾਹੀਦਾ ਹੈ, ਉਸ ਗੁਰੂ ਦੇ ਜਿਹੜੇ ਬਣਾਏ ਰਾਹ ਹੈ ਉਹ ਸਾਨੂੰ ਦੇਖਣੇ ਚਾਹੀਦੇ ਹੈ। ਤੇ ਕਹਿੰਦੇ ਵੀ ਜੇ ਤੁਹਾਡੇ ਕੋਲ ਗਲਤੀਆਂ ਹੋਈਆਂ, ਗੁਨਾਹ ਹੋਇਆ, ਤਾਂ ਉੱਥੇ ਸਬਮਿਟ ਕਰ ਦਿਓ। ਇਹ ਕ੍ਰਾਈਸਿਸ ਜਿਹੜਾ ਕਿਹਾ ਜਾ ਰਿਹਾ ਉਹਦੇ ਵਿੱਚੋਂ ਸਰਵਾਈਵਲ ਨਜ਼ਰ ਆਉਣ ਲੱਗ ਪਊਗਾ। ਬਹੁਤ ਧੰਨਵਾਦ।